श्री नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है महानुख भगत वैराग श्री गुरु ग्रंथ साहिब उदद बंदो कार्य अनुराग श्री गुरु शब्द कमाई जिना जीते पंच विकार तिन संतन को बंदना सिर चरणन पर तार पूर्ण देखी आत्मा द्वैत है सर्व निवार भई शांत मन संत जो तिन पद नमो हमार एक ओंकार सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा केतक दिवस बतीत पे तहाँ शिवर को काल देश विदेशन संगता सुन इत पहुँचहि चाल केतक दिवस बतीत पे तहाँ शिवर को काल देश विदेशन संगता सुन इत पहुँचहि चाल। वाहिगुरु जी का खालसा वाहिगुरु जी की फतेह। पतत पावन कृपा निधान बाणी के बोहित जुगो जुग टल चवर छत्र तख्त दे मालक धन धन साहिब श्री गुरु ग्रंथ साहिब सच्चे पातशाह जिन्हां ने अपार रहमत कृपा करके सानू जीवां नूं सतसंग दीआं पवित्र घड़ियां बख्शिश कीतियां ने। आओ इन्हां घड़ियां दा लाहा लैंदे होए जो इतिहास दी लड़ीवार कथा छेवें पातशाह जिहां दे बाबत चलदी पई है। आओ उस कथा विचार नूं सुन के अपने जीवन दे विच कुछ सिक्ख्या लैके अपने जीवन नूं बदल सकीए। नहीं तो इवें ना होवे सच्चे पातशाह जिहां दी वडियाइयां सुन के जिवें एक कन थाणी सुनी दूजे थाणी कढ़ दित्ती जीवन विच लागू ना होई इवें कोई फायदा नहीं होना। इसलिए मन बिरतियां नूं कागर करके सच्चे पातशाह जिहां दी विचार नूं मिल करके आपां सरवण करिए। किवें छेवें पातशाह जी जंग युद्ध करते ने की कारण बनते ने। आओ आपां मन बिरतियां नूं कागर करके सरवण करिए।
ਸਭ ਤੋਂ ਪਹਿਲਾਂ ਕਲਗੀਧਰ ਪਿਤਾ ਜੀਆਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਉਣਾ ਕਰੀਏ। ਮਿਲ ਕਰਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕੱਲ੍ਹ ਦੇ ਅਧਿਆਏ ਦੇ ਅੰਦਰ ਆਪਾਂ ਨੇ ਮਿਲ ਕਰਕੇ ਸਰਵਣ ਕੀਤਾ ਸੀ ਕਿ ਛੇਵੇਂ ਪਾਤਸ਼ਾਹ ਜੀਆਂ ਦੇ ਕੋਲ ਰਾਏ ਜੋਧ ਆਇਆ। ਰਾਏ ਜੋਧ ਦੀ ਪਤਨੀ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਤੁਹਾਡੇ ਦਰ ਘਰ ਦੇ ਬੜੇ ਤਗੜੇ ਸੇਵਕ ਰਹੇ ਸਾਂ। ਸਾਡਾ ਜਿਹੜਾ ਪੇਕਾ ਪਰਿਵਾਰ ਹੈ ਮੇਰਾ, ਪਰ ਮੇਰਾ ਸਹੁਰਾ ਪਰਿਵਾਰ ਜਿਹੜਾ ਤੁਹਾਡੀ ਸਿੱਖੀ ਤੋਂ ਬੜਾ ਹੀ ਦੂਰ ਹੈ। ਬੇਨਤੀਆਂ ਕਰਨ ਤੇ ਰਾਏ ਜੋਧ ਵੀ ਕੋਲ ਆਇਆ, ਨਮਸਕਾਰਾਂ ਕੀਤੀਆਂ। ਦਰਸ਼ਨ ਕਰਕੇ ਬੜਾ ਨਿਹਾਲ ਹੋਇਆ ਜਦੋਂ ਵੇਖਿਆ ਐਡਾ ਬਲੀ ਸਰੀਰ ਤੇ ਬਾਦਸ਼ਾਹਾਂ ਦੇ ਵਾਲਾ ਜਾਮਾ ਧਾਰਨ ਕੀਤਾ, ਤਖਤ ਦੇ ਉੱਤੇ ਬਿਰਾਜਮਾਨ ਹੈ। ਵੇਖ ਕਰਕੇ ਰਾਏ ਜੋਧ ਬੜਾ ਪ੍ਰਭਾਵਿਤ ਹੋਇਆ, ਸੱਚੇ ਪਾਤਸ਼ਾਹ ਜੀਆਂ ਦੇ ਕੋਲ ਰਹਿ ਗਿਆ। ਰਾਏ ਜੋਧ ਦੀ ਪਤਨੀ ਆਪਣੇ ਘਰ ਨੂੰ ਪਰਤ ਗਈ। ਉੱਥੇ ਰਹਿ ਕੇ ਜੰਗ ਯੁੱਧਾਂ ਦੇ ਬੜੇ ਪ੍ਰਸੰਗ ਚੱਲੇ। ਰਾਏ ਜੋਧ ਦੇ ਕੋਲ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬੈਠੇ ਸਿੱਖਾਂ ਨੇ ਸਭ ਦੱਸਿਆ ਕਿਵੇਂ ਪਹਿਲੀ ਜੰਗ ਦੂਜੀ ਜੰਗ ਮਚੀ, ਕਿਵੇਂ ਮਲੇਸ਼ੀਆਂ ਦੇ 76 ਇਸ ਧਰਤੀ ਦੇ ਉੱਪਰ ਵਿਛਾ ਸੁੱਟੇ। ਸਾਰੀ ਕਥਾ ਵਾਰਤਾ ਸਿੱਖਾਂ ਨੇ ਦੱਸਣਾ ਕੀਤੀ। ਰਾਏ ਜੋਧ ਸੁਣ ਕੇ ਬੜੇ ਵੀਰ ਰਸ ਦੇ ਵਿੱਚ ਆਇਆ, ਹੱਥ ਜੋੜੇ ਛੇਵੇਂ ਪਾਤਸ਼ਾਹ ਅੱਗੇ ਕਹਿਣ ਲੱਗਾ, ਮਹਾਰਾਜ ਤੁਹਾਡੀ ਕਿਰਪਾ ਹੋਵੇ, ਤੁਹਾਡਾ ਬਲ ਉਦਮ ਹੋਵੇ ਤੇ ਮੇਰੀ ਤਾਕਤ ਦੇ ਨਾਲ ਇਹਨਾਂ ਮਲੇਸ਼ੀਆਂ ਦੇ ਨਾਲ ਘਮਸਾਣ ਦਾ ਯੁੱਧ ਕਰਾਂਗੇ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਰਾਏ ਜੋਧ ਸਮਾਂ ਆਵੇਗਾ ਜਦੋਂ ਸਾਡੇ ਉੱਪਰ ਵੈਰੀ ਚੜ੍ਹ ਕੇ ਆਉਣਗੇ, ਫਿਰ ਤੂੰ ਸਾਡੀ ਸਹਾਇਤਾ ਲਈ ਸਾਡੇ ਨਾਲ ਹੋਵੇਂਗਾ। ਇੱਦਾਂ ਗੱਲਾਂ ਬਾਤਾਂ ਹੋਈਆਂ। ਰਾਏ ਜੋਧ ਨੇ ਸੱਚੇ ਪਾਤਸ਼ਾਹ ਦੀ ਸੈਨਾ ਵੇਖੀ, ਜਿੰਨੇ ਸੂਰਮੀਰ ਯੋਧੇ ਸਨ, ਜਿੰਨੇ ਘੋੜੇ ਸਨ, ਜੰਗੀ ਘੋੜਿਆਂ ਨੂੰ ਵੇਖ ਕੇ ਬੜਾ ਖੁਸ਼ ਹੋਇਆ। ਇਵੇਂ ਹੀ ਗੁਰੂ ਸਾਹਿਬ ਜੀਆਂ ਦੇ ਕੋਲ ਰਹਿ ਕੇ ਸਾਰੀ ਵਿਚਾਰ ਨੂੰ ਸੁਣੀ। ਇਹ ਜਿਹੜਾ ਅਧਿਆਏ ਆਪਾਂ ਕੱਲ੍ਹ ਦੇ ਦਿਨ ਵਾਚਿਆ ਸੀ। ਆਓ ਅੱਗੇ ਕਿਵੇਂ ਕਾਬਲ ਦੀ ਸੰਗਤ ਮਹਾਰਾਜ ਜੀਆਂ ਦੇ ਕੋਲ ਪੁੱਜਦੀ ਏ, ਆ ਕੇ ਮਸੰਦ ਬੇਨਤੀਆਂ ਕਰਦੇ ਨੇ, ਕਿਵੇਂ ਦਰਿਆਈ ਘੋੜਿਆਂ ਦਾ ਪ੍ਰਸੰਗ ਚੱਲ ਰਿਹਾ। ਆਪਾਂ ਮਨ ਬਿਰਤੀਆਂ ਨੂੰ ਕਾਗਰ ਕਰਕੇ ਸੱਚੇ ਪਾਤਸ਼ਾਹ ਅੱਗੇ ਸੀਸ ਨਵਾ ਕਰਕੇ ਆਪਣੇ ਦਵੈਤ ਭਾਵਨਾ ਨੂੰ ਨਾਸ਼ ਕਰਕੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੋ ਕਥਾ ਵਿਚਾਰ ਅੱਗੇ ਚੱਲਣ ਲੱਗੀ ਏ ਕਿਰਪਾ ਕਰਿਓ, ਸੁਣਨ ਵਾਲੇ ਤੇ ਸੁਣਾਉਣ ਵਾਲਿਆਂ ਦੇ ਮਨ ਦੇ ਵਿੱਚ ਵਸ ਜਾਵੇ, ਦੋਵਾਂ ਦੇ ਜੀਵਨ ਬਦਲ ਜਾਣ। ਆਓ ਸੱਚ ਦਾ ਹੋਕਾ ਦਈਏ, ਮਨ ਬਿਰਤੀਆਂ ਨੂੰ ਕਾਗਰ ਕਰੀਏ, ਮਿਲ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੋਹਰਾ ਕੇਤਕ ਦਿਵਸ ਬਤੀਤ ਭੇ। ਕਵੀ ਜੀ ਕਹਿੰਦੇ ਇਸੇ ਪ੍ਰਕਾਰ ਕੁਝ ਕੁ ਦਿਨ ਬੀਤਨੇ ਕੀਤੇ ਹਨ, ਤਾਂ ਸਿਵਲ ਕੋ ਕਾਲ। ਜਿੱਥੇ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਡੇਰਾ ਲਾਇਆ ਹੋਇਆ ਹੈ। ਦੇਸ ਵਿਦੇਸਨ ਸੰਗਤਾਂ। ਬੜੀ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕਰਕੇ ਸੁਨ ਇਤ ਪਹੁੰਚੇ ਚੱਲ ਕਰਕੇ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਪ੍ਰਸੰਨਤਾ ਨੂੰ ਸੁਣ ਕੇ ਮਹਾਰਾਜ ਜੀਆਂ ਦੇ ਕੋਲ ਪੁੱਜੀ ਹੈ। ਜੋ ਪਵੇ ਅਨਗਨ ਸਿੱਖਣ ਕੀ ਬਹੁ ਭੀਰ। ਕਵੀ ਜੀ ਕਹਿੰਦੇ ਇਸੇ ਪ੍ਰਕਾਰ ਗੁਰੂ ਸਾਹਿਬ ਕੋਲ ਬੜੇ ਹੀ ਸਿੱਖਾਂ ਦੀ ਜਿਹੜੀ ਭੀੜ ਹੈ ਉਹ ਲੱਗੀ ਰਹਿੰਦੀ ਹੈ। ਭਾਵ ਬੜੀਆਂ ਹੀ ਸੰਗਤਾਂ ਆ ਕੇ ਦੀਨ ਦੁਨੀ ਦੇ ਮਾਲਕ ਛਠਮ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਇੱਕ ਪਹੁੰਚਤ ਹੈ ਪਾਏ ਬਹੀਰ। ਤੇ ਕੁਝ ਕੁ ਸਿੱਖ ਵਹੀਰਾਂ ਨੂੰ ਕੱਤਦੇ ਹੋਏ ਆਪਣੇ ਨਾਲ ਬੜੀਆਂ ਸੰਗਤਾਂ ਨੂੰ ਲੈ ਕੇ ਪੁੱਜਦੇ ਨੇ। ਏਕ ਵਿਸਰਜਨ ਹੋਤ ਭਯਨ। ਤੇ ਕੁਝ ਕੁ ਸਿੱਖ ਕਵੀ ਜੀ ਕਹਿੰਦੇ ਪ੍ਰੇਮ ਦੇ ਵਿੱਚ ਭਿੱਜੇ ਗੁਰੂ ਸਾਹਿਬ ਜੀਆਂ ਦੇ ਕੋਲ ਹੀ ਰਹਿ ਜਾਂਦੇ ਨੇ
ਤੇ ਜਿਹੜੇ ਦੂਜੇ ਹਨ ਜਿਨ੍ਹਾਂ ਨੂੰ ਪਿੱਛੇ ਘਰ-ਬਾਰ ਦੀ ਵੀ ਚਿੰਤਾ ਏ, ਮਾਇਆ ਦੇ ਵਿੱਚ ਲਿਪਟੇ ਨੇ, ਉਹ ਫਿਰ ਦਰਸ਼ਨ ਕਰਕੇ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਚਲਤ ਪੰਥ ਗੁਰ ਜਸ ਬਖਾਨੈ, ਇਵੇਂ ਗੁਰੂ ਸਾਹਿਬ ਜੀਆਂ ਦਾ ਜਿਹੜਾ ਜਸ ਹੈ ਹਰ ਜਗ੍ਹਾ ਦੇ ਉੱਪਰ ਫੈਲਿਆ ਹੋਇਆ ਏ। ਧਨ ਸਮੁਦਾਇ ਚਲਿਓ ਨਿਤ ਆਵੈ, ਬੜੀ ਹੀ ਜਿਹੜੀ ਸੰਗਤ ਧਨ ਆਦਿਕ ਵਸਤੂਆਂ ਲੈ ਕੇ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆਉਂਦੀ ਏ, ਇਵੇਂ ਹੀ ਬੜਾ ਧਨ ਆਦਿਕ ਚੀਜ਼ਾਂ ਗੁਰੂ ਘਰ ਦੇ ਵਿੱਚ ਆ ਰਹੀਆਂ ਨੇ। ਸ਼ਸਤਰ ਤਰੰਗ ਅਨਕ ਅਰ ਪਾਵੈ, ਬੜੀ ਹੀ ਸੰਗਤ ਸ਼ਰਧਾ ਵਿੱਚ ਭਿੱਜੀ। ਗੁਰੂ ਸਾਹਿਬ ਜੀਆਂ ਦੇ ਹੁਕਮ ਅਨੁਸਾਰ ਜਦੋਂ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਤਖਤ ਦੇ ਉੱਪਰ ਬੈਠੇ ਸਨ ਕਿ ਹੁਣ ਸੰਗਤਾਂ ਸਾਡੇ ਕੋਲ ਜੇ ਬਸਤਰ ਲੈ ਕੇ ਆਉਣ, ਬਸਤਰਾਂ ਦੇ ਨਾਲ ਸੋਹਣੇ ਸ਼ਸਤਰ ਹਥਿਆਰ ਵੀ ਸਾਡੇ ਲਈ ਲੈ ਕੇ ਭੇਟਾ ਦੇ ਤੌਰ 'ਤੇ ਆਉਣ। ਇਵੇਂ ਸੰਗਤਾਂ ਮਹਾਰਾਜ ਜੀਆਂ ਦੇ ਹੁਕਮ ਅਨੁਸਾਰੀ ਬੜੇ ਹੀ ਸੋਹਣੇ ਸ਼ਸਤਰ ਬਸਤਰ ਇਤਾਦਿਕ ਜਿਹੜੀਆਂ ਵਸਤੂਆਂ ਹਨ, ਬਸਤਰ ਅਜਾਇਬ ਆਏ ਅਪੂਰਬ, ਬੜੇ ਹੀ ਜਿਹੜੇ ਬਸਤਰ ਹਨ ਅਜਾਇਬ ਵੱਖਰੇ, ਉਹ ਸੱਚੇ ਪਾਤਸ਼ਾਹ ਦੇ ਕੋਲ ਆਉਂਦੇ ਨੇ। ਉੱਤਰ ਪਸ਼ਚਮ ਦੱਖਣ ਪੂਰਬ, ਜਿੰਨੀਆਂ ਵੀ 4 ਦਿਸ਼ਾ ਨੇ, ਉੱਤਰ ਪੱਛਮ ਪੂਰਬ, ਇਹਨਾਂ ਸਾਰੀਆਂ ਦਿਸ਼ਾ ਦੇ ਵਿੱਚੋਂ ਸੰਗਤ ਚੱਲ ਕਾਬਲ ਤੇ ਆਈ, ਇਹਨਾਂ ਚਾਵਾਂ ਦਿਸ਼ਾ ਤੋਂ ਬੜੀ ਸੰਗਤ ਚੱਲ ਕੇ ਸੱਚੇ ਪਾਤਸ਼ਾਹ ਜੀਆਂ ਦੇ ਦਰ 'ਤੇ ਆਉਂਦੀ ਏ। ਇਵੇਂ ਹੀ ਕਾਬਲ ਦੇ ਵਿੱਚੋਂ ਚੱਲ ਕੇ ਇੱਕ ਸੰਗਤ ਨੇ ਆਉਣਾ ਕੀਤਾ ਏ। ਇਸ ਮੈਂ ਤਨੀ ਮਨੁਜ ਸਮੁਦਾਈ, ਕਵੀ ਜੀ ਕਹਿੰਦੇ ਜਿਹੜੀ ਕਾਬਲ ਦੀ ਸੰਗਤ ਵਿੱਚ ਬੜੇ ਹੀ ਧਨਾਠ ਧਨਵਾਨ ਲੋਕ ਹਨ, ਤਿਨ ਮੈਂ ਦੋਏ ਮਸੰਦ ਬਿਲੰਦ, ਤੇ ਉਹ ਕਾਬਲ ਦੀ ਸੰਗਤ ਦੇ ਜਿਹੜੇ ਮੁਖੀ 2 ਮਸੰਦ ਹਨ। ਨਾਮ ਭਗਤ ਮਲ ਤਾਰਾ ਚੰਦ, ਇਹਨਾਂ ਦੋਵਾਂ ਮਸੰਦਾਂ ਦਾ ਨਾਂ ਦੱਸਦੇ ਨੇ ਕਵੀ ਜੀ। ਇੱਕ ਮਸੰਦ ਦਾ ਨਾਂ ਹੈ ਬਖਤ ਮਲ ਤੇ ਦੂਸਰੇ ਮਸੰਦ ਦਾ ਨਾਂ ਤਾਰਾ ਚੰਦ ਹੈ। ਪ੍ਰਥਮ ਸਿਮਰ ਕਰਕੇ ਸੁਬਥਾਨ, ਆਉਂਦਿਆਂ ਸਾਰ ਕਾਬਲ ਦੀ ਸੰਗਤ ਨੇ ਪਹਿਲਾਂ ਕੋਈ ਵਧੀਆ ਜਿਹਾ ਸਾਫ ਥਾਂ ਵੇਖ ਕੇ ਉੱਥੇ ਡੇਰਾ ਲਗਾਇਆ ਏ। ਕਾਰ ਪਦ ਬਦਨ ਪਖਾਰੇ ਪਾਨ, ਫਿਰ ਸਾਰੀ ਹੀ ਸੰਗਤ ਨੇ ਜਾ ਕੇ ਆਪਣੇ ਹੱਥਾਂ ਨੂੰ ਧੋ ਕਰਕੇ, ਮੁੱਖ ਨੂੰ ਧੋ ਕੇ, ਫਿਰ ਆਪਣੇ ਪੈਰਾਂ ਨੂੰ ਧੋ ਕਰਕੇ, ਭਾਵ 5 ਇਸ਼ਨਾਨਾਂ ਕਰਕੇ, ਨਿਜ ਨਿਜ ਭੇਟ ਲਈਏ ਕਰ ਨੀਜੀ, ਤੇ ਜਿੰਨੀਆਂ ਵੀ ਭੇਟਾਂ ਸਨ ਆਪ ਲੈ ਕੇ ਆਏ, ਉਹਨਾਂ ਸਾਰੀਆਂ ਹੀ ਭੇਟਾਂ ਨੂੰ ਲੈ ਕਰਕੇ ਕਰਨ ਭਾਵਨਾ ਪੂਰਨ ਜੀ ਕੀ, ਤੇ ਆਪਣੇ ਮਨ ਦੀ ਜਿਹੜੀ ਭਾਵਨਾ ਹੈ ਉਹਨੂੰ ਪੂਰਨ ਕਰਨ ਦੇ ਲਈ ਸਤਿਗੁਰੂ ਕੇ ਦਰਸ਼ਨ ਕੋ ਚਾਲੇ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਦੇ ਲਈ ਚੱਲੇ ਹਨ। ਜਿਸ ਹਿਤ ਗਮਨੇ ਪੰਥ ਵਿਸਾਲੇ, ਜਿਹਦੇ ਹਿੱਤ ਦੇ ਲਈ ਕਿ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਾਂਗੇ ਜਾ ਕੇ। ਕਵੀ ਜੀ ਕਹਿੰਦੇ ਜਿਸ ਲਈ ਸੰਗਤ ਚੱਲ ਕੇ ਆਈ ਸੀ, ਉਹੀ ਕਾਰਜ ਕਰਨ ਲਈ ਹੁਣ ਆਪਣੇ ਡੇਰੇ 'ਚੋਂ ਮਹਾਰਾਜ ਜੀਆਂ ਵੱਲ ਚੱਲੇ ਨੇ। ਸ੍ਰੀ ਹਰਗੋਬਿੰਦ ਸਭਾ ਲਗਾਏ, ਉਸ ਵੇਲੇ ਛੇਵੇਂ ਪਾਤਸ਼ਾਹ ਜੀਆਂ ਨੇ ਆਪਣੀ ਸਭਾ ਨੂੰ ਲਗਾ ਕੇ ਤਖਤ ਦੇ ਉੱਪਰ ਸਜੇ ਬੈਠੇ ਹਨ। ਜਨ ਉਡਗਨ ਮਹਿ ਚੰਦ ਸੁਹਾਏ, ਕਵੀ ਜੀ ਕਹਿੰਦੇ ਮੰਨਣਾ ਕਰੋ ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਸ਼ੋਭਦਾ ਹੈ, ਸਿੱਖ ਸੁਰਨ ਮਹਿ ਇੰਦਰ ਸਮਾਨਾ, ਜਿਵੇਂ ਮੰਨ ਲਓ ਜਿਹੜੇ ਸਿੱਖ ਹਨ ਦੇਵਤਿਆਂ ਦੀ ਨਿਆਈ ਨੇ, ਤੇ ਇਹਨਾਂ ਦੇ ਵਿੱਚ ਤਖਤ ਦੇ ਬੈਠੇ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਇੰਦਰ ਦੀ ਨਿਆਈ ਹਨ, ਇੰਨੀ ਸ਼ੋਭਾ ਨੂੰ ਪਾ ਰਹੇ ਹਨ ਇੰਦਰ ਤੋਂ ਵੀ ਵੱਧ ਕਰਕੇ। ਜੈ ਜਾਦਵ ਮਹਿ ਸ੍ਰੀ ਭਗਵਾਨਾ, ਜਿਵੇਂ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਜਾਦਵਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਬੜੇ ਸ਼ੋਭਾ ਨੂੰ ਪਾਉਂਦੇ ਸਨ, ਤਿਉ ਦਿਸ ਕਰ ਜੋਰਤ ਨਰ ਖਰੇ, ਐਵੇਂ ਹੀ ਚਵਾਂ ਦੇਸ਼ਾਂ ਦੇ ਵਿੱਚ ਸਾਰੇ ਜਿਹੜੇ ਸਿੱਖ ਹਨ ਮਹਾਰਾਜ ਅੱਗੇ ਹੱਥ ਜੋੜ ਕੇ ਖੜੇ ਹਨ। ਬੰਦਨ ਹੋਤ ਦ੍ਰਿਸ਼ਟ ਜਿਤ ਕਰੈ, ਜਿਹੜੇ ਪਾਸੇ ਵੀ ਕਿਰਪਾ ਦੀ ਨਜ਼ਰ ਦੇ ਨਾਲ ਮਹਾਰਾਜ ਤੱਕਦੇ ਨੇ, ਸਾਰੇ ਹੀ ਸਿੱਖ ਆਪਣੇ ਹੱਥਾਂ ਨੂੰ ਜੋੜ ਕੇ ਮਹਾਰਾਜ ਅੱਗੇ ਨਮਸਕਾਰਾਂ ਕਰਦੇ ਨੇ। ਹਿਰਦੈ ਗਿਆਨ ਕਨ ਅੰਤਰ ਜਾਮੀ, ਜਿਹੜੇ ਸੱਚੇ ਪਾਤਸ਼ਾਹ ਜੀਆਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਵਸਿਆ ਹੈ,
ਤੇ ਅੰਤਰਜਾਮਤਾ ਰੱਖਦੇ ਨੇ, ਜਿਹੜੇ ਅੰਦਰ ਦੀ ਜਾਣਦੇ ਹਨ। ਪਹਿਰ ਕ੍ਰਿਤ ਨਰਪਤ ਜਿਮ ਸੁਆਮੀ। ਤੇ ਜਦੋਂ ਮਹਾਰਾਜ ਬਾਹਰ ਨਿਕਲਦੇ ਨੇ, ਕਵੀ ਜੀ ਕਹਿੰਦੇ ਇਵੇਂ ਲੱਗਦਾ ਜਿਵੇਂ ਕੋਈ ਤਗੜਾ ਬਾਦਸ਼ਾਹ ਆਪਣੀ ਪ੍ਰਜਾ ਦੇ ਵਿੱਚ ਫਿਰਦਾ ਹੋਵੇ। ਇਵੇਂ ਛੇਵੇਂ ਪਾਤਸ਼ਾਹ ਕਿਤੇ ਬਾਹਰ ਜਦੋਂ ਨਿਕਲਦੇ ਨੇ, ਸ਼ਾਹੀ ਪੁਸ਼ਾਕ ਪਾ ਕੇ ਨਾਲ ਸੈਨਾ ਲੈ ਕੇ, ਇਵੇਂ ਲੱਗਦਾ ਹੈ ਜਿਵੇਂ ਦੀਨ ਦੁਨੀ ਦਾ ਕੋਈ ਬਾਦਸ਼ਾਹ ਫਿਰ ਰਿਹਾ ਹੋਵੇ। ਚਮਰ ਚਾਰ ਢੋਰਤ ਹੈ ਖਰੇ। ਤੇ ਚਵੇਂ ਪਾਸੇ ਮਹਾਰਾਜ ਜੀਆਂ ਦੇ ਸੁੰਦਰ ਚੌਰ ਸਾਹਿਬ ਹੋ ਰਹੀ ਏ। ਅਗਰ ਅਰਦਾਸ ਮੇਵਰੋ ਕਰੇ। ਤੇ ਅੱਗੇ ਖਲੋ ਕਰਕੇ ਜਿਹੜਾ ਮੇਵੜਾ ਅਰਦਾਸੀਆ ਸਿੱਖ ਉਹ ਅਰਦਾਸ ਨੂੰ ਕਰ ਰਿਹਾ ਸੀ। ਜਿਤ ਦਿਸ ਕੀ ਸੰਗਤ ਲੈ ਨਾਮ। ਜਿਹੜੇ ਵੀ ਦੇਸ਼ ਦੀ ਸੰਗਤ ਦਾ ਨਾਂ ਲੈ ਕੇ, ਕਰੇ ਬਿਲੋਚਨ ਤਿਤ ਅਬਰਾਮ। ਜਿਹੜੇ ਵੀ ਦੇਸ਼ ਦੀ ਸੰਗਤ ਦਾ ਨਾਂ ਅਰਦਾਸੀਆ ਸਿੰਘ ਲੈਂਦਾ ਏ, ਉਧਰਲੇ ਪਾਸੇ ਹੀ ਕਿਰਪਾ ਦੇ ਘਰ ਵਿੱਚ ਆਏ ਛੇਵੇਂ ਪਾਤਸ਼ਾਹ ਜੀ ਆਪਣੇ ਨੇਤਰਾਂ ਦੇ ਨਾਲ ਤੱਕਦੇ ਨੇ। ਇਤਨੇ ਮਹਿ ਦੋਨੋਂ ਚੱਲ ਆਏ। ਕਵੀ ਜੀ ਕਹਿੰਦੇ ਇੰਨੇ ਸਮੇਂ ਨੂੰ ਜਿਹੜੇ ਦੋ ਮਸੰਦ ਸਨ, ਬਖਤ ਮੱਲ ਤੇ ਤਾਰਾ ਚੰਦ, ਇਹ ਦੋਵੇਂ ਚੱਲ ਕਰਕੇ ਆਏ ਹਨ। ਜਿਨਕੇ ਥੂਲ ਦੇਹ ਦ੍ਰਿਸ਼ਟਾਏ। ਜਿਨ੍ਹਾਂ ਦੋਵਾਂ ਦੇ ਬੜੇ ਹੀ ਥੂਲ ਤਗੜੇ ਸਰੀਰ ਜੁੱਸੇ ਨੇ ਤੇ ਸਾਰੀ ਸੰਗਤ ਦੇ ਵਿੱਚ ਨਜ਼ਰ ਆਏ ਨੇ। ਜੋਰਤ ਹੱਥਨ ਆਏ ਅਗਾਰੀ। ਦੋਵੇਂ ਮਸੰਦਾਂ ਨੇ ਆ ਕੇ ਮਹਾਰਾਜ ਜੀਆਂ ਦੇ ਅੱਗੇ ਆਪਣੇ ਹੱਥਾਂ ਨੂੰ ਜੋੜੇ ਹਨ। ਹੱਥਾਂ ਨੂੰ ਜੋੜ ਕੇ ਨਮਸਕਾਰ ਕਰਨ ਲੱਗੇ ਨੇ। ਨਵਜ ਹਜ਼ਾਰਾਂ ਸਿੱਖ ਪਿਛਾਰੀ। ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਵੀ ਜੀ ਕਹਿੰਦੇ ਇਹਨਾਂ ਦੋਵਾਂ ਮਸੰਦਾਂ ਪਿੱਛੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤ ਚੱਲ ਕੇ ਆਈ ਏ। ਚਰਨ ਕਮਲ ਪਰ ਸਿਰ ਨਿਜ ਧਾਰੇ। ਫਿਰ ਇਹਨਾਂ ਮਸੰਦਾਂ ਨੇ ਪਾਤਸ਼ਾਹ ਜੀਆਂ ਦੇ ਚਰਨਾਂ ਉੱਪਰ ਆਪਣੇ ਸਿਰ ਨੂੰ ਰੱਖਣਾ ਕੀਤਾ ਏ। ਆਤਨ ਸਾਥ ਪ੍ਰਸਤ ਪਿਆਰੇ। ਫਿਰ ਬੜੇ ਹੀ ਪ੍ਰੇਮ ਵਿੱਚ ਆ ਕੇ ਮਹਾਰਾਜ ਜੀਆਂ ਦੇ ਚਰਨਾਂ ਨੂੰ ਆਪਣੇ ਹੱਥਾਂ ਦੇ ਨਾਲ ਪਰਸਦੇ ਹਨ, ਭਾਵ ਛੂਹਣਾ ਕਰਦੇ ਨੇ। ਜਿਮਹੀ ਸਭ ਸੰਗਤ ਪਰ ਪਾਇਨ। ਇਸੇ ਤਰੀਕੇ ਨਾਲ ਜਿਹੜੀ ਕਾਬਲ ਦੀ ਸੰਗਤ ਚੱਲ ਕੇ ਆਈ ਏ, ਆ ਕੇ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਕਰਦੀ ਏ। ਆਪਣੀ ਆਪਣੀ ਅਰਪ ਉਪਾਇਨ। ਤੇ ਜਿਹੜੀਆਂ ਵੀ ਭੇਟਾਂ ਲੈ ਕੇ ਆਈ ਸੰਗਤ, ਫਿਰ ਉਹ ਸਾਰੀਆਂ ਭੇਟਾਂ ਅੱਗੇ ਰੱਖਣਾ ਕੀਤੀਆਂ ਨੇ। ਸਫਲ ਬਿਲੋਚਨ ਕਰਤ ਨਿਹਾਰੇ। ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਸਾਰੀ ਹੀ ਸੰਗਤ ਆਪਣੇ ਨੇਤਰਾਂ ਨੂੰ ਸਫਲ ਕਰਦੀ ਏ ਕਿ ਇਹਨਾਂ ਨੇਤਰਾਂ ਦਾ ਜਗਤ ਦੇ ਵਿੱਚ ਆਇਆ ਸਫਲ ਏ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਮਹਾਰਾਜ ਕਹਿੰਦੇ ਨੇਤਰੋ ਤੁਹਾਡੇ ਵਿੱਚ ਹਰੀ ਪਰਮਾਤਮਾ ਦੀ ਜੋਤ ਰੱਖੀ ਹੈ। ਇਹਨਾਂ ਅੱਖਾਂ ਦੇ ਨਾਲ ਫਿਰ ਕੀ ਕਰੋ ਕਿ ਪਰਾਇਆ ਧਨ ਤੱਕੋ, ਪਰਾਇਆ ਧਨ ਤੱਕੋ, ਪਰਾਈਆਂ ਚੀਜ਼ਾਂ ਨੂੰ ਤੱਕਣਾ ਕਰੋ। ਮਹਾਰਾਜ ਕਹਿੰਦੇ ਭੁੱਲ ਕੇ ਵੀ ਨਹੀਂ। ਇਹ ਨੇਤਰੋ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ। ਇਹਨਾਂ ਅੱਖਾਂ ਦੇ ਨਾਲ ਹਰੀ ਤੋਂ ਬਿਨਾ ਕਿਸੇ ਹੋਰ ਦੇ ਦਰਸ਼ਨ ਨਾ ਕਰੋ। ਇਹਨਾਂ ਅੱਖਾਂ ਦੇ ਨਾਲ ਵਿਸ਼ਿਆਂ ਨੂੰ ਭੋਗਣਾ ਨਾ ਕਰੋ। ਇਸ ਲਈ ਜਿੰਨੀ ਸੰਗਤ ਆਈ ਸਾਰਿਆਂ ਨੇ ਆਪਣੇ ਨੇਤਰਾਂ ਨਾਲ ਸੱਚੇ ਪਾਤਸ਼ਾਹ ਨੂੰ ਤੱਕਿਆ, ਵੇਖ ਕਰਕੇ ਆਪਣੇ ਨੇਤਰਾਂ ਨੂੰ ਸਫਲ ਕੀਤਾ ਏ। ਨਹਿ ਤ੍ਰਿਪਤ ਹੈ ਹੋਵਤ ਬਲਿਹਾਰੇ। ਦਰਸ਼ਨ ਕਰਕੇ ਸਿੱਖ ਸੰਗਤ ਰੱਜਦੀ ਨਹੀਂ, ਪਾਤਸ਼ਾਹ ਜੀਆਂ ਤੋਂ ਬਲਹਾਰ ਹੀ ਜਾਂਦੀ ਏ। ਤਨ ਤਨ ਜਾਂ ਦਿਸਤੀ ਕਰੈ। ਸਾਰੀ ਸਿੱਖ ਸੰਗਤ ਪਾਤਸ਼ਾਹ ਦੇ ਦਰਸ਼ਨ ਕਰਕੇ ਬੜੇ ਹੀ ਧੰਨ ਧੰਨ ਕਹਿ ਕੇ ਮਹਾਰਾਜ ਜੀਆਂ ਦੀ ਵਡਿਆਈ ਕਰਦੇ ਹਨ। ਪਲਤ ਪਲਤੀ ਦੇ ਰਖਿਅਕ ਅਹੈ। ਸੰਗਤ ਕਹਿਣ ਲੱਗੀ ਏ ਗੁਰੂ ਸਾਹਿਬ ਜੀ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਵਾਰਸ ਬੜੇ ਹੀ ਜੁੱਸੇ ਕਰਕੇ, ਸਰੀਰ ਕਰਕੇ ਵੀ ਬਲੀ ਨੇ, ਤੇ ਅਜਮਤਾਂ ਕਰਕੇ, ਤਾਕਤਾਂ ਕਰਾਮਾਤਾਂ ਕਰਕੇ ਵੀ ਬੜੀ ਹੀ ਬਲੀ ਹਨ, ਤੇ ਹਲਤ ਪਲਤ ਇਸ ਦੁਨੀਆ ਤੇ ਵੀ ਰੱਖਦੇ ਨੇ ਤੇ ਪਰਲੋਕ ਦੇ ਵਿੱਚ ਵੀ ਸਿੱਖਾਂ ਦੀ ਰੱਖਣੀ ਕਰਦੇ ਹਨ। ਜੁਗਲ ਮਸੰਦਨ ਕੇ ਦੁੱਤ ਬੈਸੇ। ਸੱਚੇ ਪਾਤਸ਼ਾਹ ਜੀ ਦੋਵੇਂ ਮਸੰਦਾਂ ਦੇ ਕੋਲ ਬੈਠੇ ਹੋਏ ਨੇ। ਰਿੰਦ ਚਕੋਰ ਚੰਦ ਤਿਕ ਜੈਸੇ। ਤੇ ਜਿਹੜੀ ਸੰਗਤ ਹੈ
ਉਹ ਵੀ ਮਸੰਦਾਂ ਦੇ ਕੋਲ ਹੀ ਬੈਠੀ ਏ। ਮਹਾਰਾਜ ਜੀ ਵੱਲ ਇਦਾਂ ਤੱਕਦੇ ਨੇ ਜਿਵੇਂ ਚਕੋਰ ਚੰਦਰਮਾ ਦੇ ਵੱਲ ਤੱਕਦੀ ਰਹਿੰਦੀ ਏ। ਚੰਦਰਮਾ ਦੇ ਵੱਲ ਤੱਕਦੀ ਹੋਈ ਫਿਰ ਆਪਣਾ ਸਰੀਰ ਵੀ ਜਾਨ ਵੀ ਵਾਰ ਦਿੰਦੀ ਏ ਚੰਦਰਮਾ ਦੇ ਉੱਤੋਂ। ਕਵੀ ਜੀ ਕਹਿੰਦੇ ਐਵੇਂ ਮੰਨਣਾ ਕਰੋ, ਜਿਹੜੀ ਸੰਗਤ ਹੈ ਚੰਦਰਮਾ ਦੀ ਨਿਆਈ ਛੇਵੇਂ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਦੀ ਹੈ। ਬੁੱਧੀ ਸਤਿਗੁਰ ਕੁਸਲ ਬਤਾਈ। ਫਿਰ ਅੰਤਰਜਾਮੀ ਸਤਿਗੁਰੂ ਜੀ ਸਾਰਾ ਕੁਝ ਜਾਣਦੇ ਸਨ ਵੀ ਕਿਵੇਂ ਲਾਹੌਰ ਦੇ ਵਿੱਚ ਸਾਰੀ ਗੱਲ ਵਾਪਰਨੀ ਕੀਤੀ, ਕਿਵੇਂ ਲਾਹੌਰ ਦੇ ਸੂਬੇਦਾਰ ਨੇ ਸਿੱਖਾਂ ਦੇ ਕੋਲੋਂ 2 ਘੋੜਿਆਂ ਨੂੰ ਖੋਹ ਲਿਆ। ਪਰ ਮਹਾਰਾਜ ਜੀਆਂ ਨੇ ਅੰਤਰਜਾਮਤਾ ਦੇ ਨਾਲ ਆਪ ਤਾਂ ਨਹੀਂ ਮੁੱਖ ਤੋਂ ਕਿਹਾ, ਸਿੱਖਾਂ ਦੇ ਕੋਲੋਂ ਹੀ ਪੁੱਛਦੇ ਨੇ। ਕਹਿਣ ਲੱਗੇ, ਸਿੱਖੋ ਸਾਰਾ ਕੁਝ ਦੱਸਣਾ ਕਰੋ, ਕਿਵੇਂ ਸੁੱਖ ਸਾਂਦ ਦੇ ਨਾਲ ਤੁਸੀਂ ਆਏ ਹੋ। ਮਨੋ ਕਾਮਨਾ ਸਾਧਨੇ ਪਾਈ। ਸਾਰਿਆਂ ਨੇ ਆਪਣੇ ਮਨ ਦੀ ਇੱਛਾ ਪੂਰੀ ਕਰਨੀ ਕੀਤੀ। ਦ੍ਰਿਸ਼ਟ ਮਿਹਰ ਕੀ ਤਿਨ ਪਰ ਡਾਰੀ। ਫਿਰ ਕਿਰਪਾ ਦੀ ਨਜ਼ਰ ਛੇਵੇਂ ਪਾਤਸ਼ਾਹ ਜੀਆਂ ਨੇ ਮੇਰ ਦੇ ਘਰ ਵਿੱਚ ਆ ਕੇ ਸਿੱਖਾਂ ਉੱਤੇ ਪਾਉਣਾ ਕੀਤੀ ਏ। ਖੁਸ਼ੀ ਕਰੀ ਸੰਗਤ ਲਖ ਪਿਆਰੀ। ਸੰਗਤ ਨੂੰ ਵੇਖ ਕੇ ਮਹਾਰਾਜ ਬੜੇ ਹੀ ਖੁਸ਼ ਹੋਏ ਨੇ, ਕਿਉਂਕਿ ਬਾਣੀ ਦੇ ਫਰਮਾਨ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹਰੀ ਪਰਮਾਤਮਾ ਦਾ ਵਾਸਾ ਹੈ ਤੇ ਹਰੀ ਪਰਮਾਤਮਾ ਨੂੰ ਵੇਖ ਕਰਕੇ ਰੱਬ ਆਪ ਵੀ ਖੁਸ਼ ਹੋਇਆ ਹੈ। ਭਾਵੇਂ ਜਾਮਾ ਸਰੀਰਕ ਮਨੁੱਖਾਂ ਵਾਲਾ ਧਾਰਨ ਕੀਤਾ ਹੈ, ਪਰ ਹੈ ਤਾਂ ਰੱਬੀ ਜੋਤ। ਵੇਖ ਕਰਕੇ ਸੰਗਤ ਨੂੰ, ਪਿਆਰੇ ਸਿੱਖਾਂ ਨੂੰ ਮਹਾਰਾਜ ਬੜੇ ਹੀ ਖੁਸ਼ ਹੋਏ ਨੇ। ਜਿਨ ਕੇ ਹਿਰਦੈ ਪ੍ਰੇਮ ਨਹਿ ਥੋਰਾ। ਕਵੀ ਜੀ ਕਹਿੰਦੇ ਜਿਨ੍ਹਾਂ ਸਿੱਖਾਂ ਦੇ ਹਿਰਦੇ ਵਿੱਚ ਥੋੜਾ ਪ੍ਰੇਮ ਨਹੀਂ, ਬੜਾ ਹੀ ਪ੍ਰੇਮ ਭਰਿਆ ਏ। ਬਾਰ ਬਾਰ ਵਿਖ ਸਭ ਕੀ ਓਰਾ। ਬਾਰ ਬਾਰ ਗੁਰੂ ਸਾਹਿਬ ਜੀ ਮੇਰ ਦੇ ਘਰ ਵਿੱਚ ਆ ਕੇ ਸਾਰੇ ਹੀ ਸਿੱਖਾਂ ਵੱਲ ਤੱਕਦੇ ਨੇ। ਸਿੱਖਾਂ ਦੇ ਜਿੰਨੇ ਵੀ ਪਾਪ ਹਨ ਉਹਨਾਂ ਦੇ ਪਾਪਾਂ ਨੂੰ ਕੱਟਣ ਲੱਗੇ ਨੇ। ਉਜਿਓ ਬਹੁਰ ਮਸੰਦਨ ਸੰਗ। ਫਿਰ ਮਸੰਦਾਂ ਦੇ ਕੋਲੋਂ ਗੁਰੂ ਸਾਹਿਬ ਜੀਆਂ ਨੇ ਪੁੱਛਣਾ ਕੀਤਾ, ਕਹੋ ਸਕਲ ਜਸ ਪੰਥ ਪ੍ਰਸੰਗ। ਇਹ ਮਸੰਦੋ ਦੱਸਣਾ ਕਰੋ ਕਿਵੇਂ ਰਸਤੇ ਦੇ ਵਿੱਚ ਸਾਰੀ ਪ੍ਰਸੰਗ ਕਿਰਿਆ ਵਾਪਰੀ ਹੈ, ਉਹ ਸਾਡੇ ਤਾਈਂ ਦੱਸਣਾ ਕਰੋ। ਕੌਣ ਦੇਸ ਕੋ ਚੱਲ ਕਰ ਆਏ। ਕਿਹੜੇ ਦੇਸ਼ ਤੋਂ ਤੁਸੀਂ ਚੱਲ ਕਰਕੇ ਇੱਥੇ ਸਾਡੇ ਕੋਲ ਆ ਪਹੁੰਚੇ ਹੋ। ਸ੍ਰੀ ਅੰਮ੍ਰਿਤਸਰ ਕੋ ਦਰਸਾਏ। ਕਿ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਕੇ ਪਹਿਲਾਂ ਆਏ ਹੋ, ਇਹ ਸਾਨੂੰ ਦੱਸਣਾ ਕਰੋ। ਕਿਦੋਂ ਅਪਰ ਹੀ ਮਾਰਗ ਪਾਏ। ਜਾਂ ਫਿਰ ਸਿੱਧੇ ਹੀ ਸਾਡੇ ਕੋਲ ਇੱਥੇ ਆ ਕਰਕੇ ਪੁੱਜੇ ਹੋ। ਤੁਮ ਤੇ ਸੁਧ ਚਾਹਤ ਹੈ ਪਾਏ। ਤੁਹਾਡੇ ਕੋਲੋਂ ਅਸੀਂ ਹੁਣ ਸਾਰੀ ਹੀ ਸੁੱਧ ਖਬਰ ਜਾਣਨਾ ਚਾਹੁੰਦੇ ਹਾਂ। ਸੁਨਤ ਬਖਤ ਮਲ ਤਾਰਾ ਚੰਦ। ਫਿਰ ਉਸ ਵੇਲੇ ਦੋਵੇਂ ਮਸੰਦ ਜਿਹੜੇ ਬਖਤ ਮਲ ਤੇ ਤਾਰਾ ਚੰਦ ਨੇ, ਇਹਨਾਂ ਦੋਵਾਂ ਨੇ ਸੁਣ ਕਰਕੇ ਦੁੰਦ ਮਸੰਦ ਕਹਿਤ ਕਰ ਬੰਦ। ਦੋਵੇਂ ਮਸੰਦਾਂ ਨੇ ਮਹਾਰਾਜ ਜੀਆਂ ਦੇ ਬੋਲਾਂ ਨੂੰ ਸੁਣ ਕੇ ਆਪਣੇ ਹੱਥ ਜੋੜ ਲਏ ਤੇ ਮੁਖ ਦੇ ਵਿੱਚੋਂ ਬੋਲਣ ਲੱਗੇ ਹਨ। ਕਿਰਪਾ ਨਿਧਾਨ ਸੁਨਿਆਹੋ ਆਰਜੀ। ਇਹ ਕਿਰਪਾ ਦੇ ਘਰ ਸੱਚੇ ਪਾਤਸ਼ਾਹ ਸਾਡੀ ਅਰਜੀ ਬੇਨਤੀ ਸੁਣਨਾ ਕਰੋ। ਭਈ ਜਥਾ ਸਭ ਸੰਗਤ ਮਰਜੀ। ਜਿਵੇਂ ਸੰਗਤ ਦੀ ਮਰਜ਼ੀ ਸੀ ਉਸੇ ਪ੍ਰਕਾਰ ਹੀ ਸਾਰਾ ਕੁਝ ਹੋਇਆ ਹੈ। ਸੂਦੇ ਮਗ ਲਵਪੁਰ ਕੋ ਆਏ। ਅਸੀਂ ਸਿੱਧੇ ਹੀ ਸੱਚੇ ਪਾਤਸ਼ਾਹ ਲਵਪੁਰ ਲਾਹੌਰ ਸ਼ਹਿਰ ਦੇ ਰਸਤੇ ਚੱਲ ਕੇ ਆਏ ਹਾਂ। ਹਟਤ ਜਹਤ ਅੰਮ੍ਰਿਤਸਰ ਜਾਏ। ਹੁਣ ਤੁਹਾਡੇ ਦਰਸ਼ਨ ਕਰਕੇ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੁੱਜਣਾ ਕਰਾਂਗੇ। ਰਾਵਣ ਕੋ ਦਰਸ਼ਨ ਬਹੁ ਚਾਹਾ। ਸਾਡੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਹੀ ਚਾਹਨਾ ਇੱਛਾ ਸੀ। ਇਸੀ ਹੇਤ ਪੂਰਬ ਤੁਮ ਪਾਹਾ। ਇਸ ਲਈ ਤੁਹਾਡੇ ਵੱਲ ਅਸੀਂ ਚੱਲ ਕੇ ਆਏ। ਤੁਸੀਂ ਦਰਸ਼ਨ ਦੇ ਕੇ ਸਾਡੇ ਮਨ ਦੀ ਇੱਛਾ ਪੂਰੀ ਕੀਤੀ ਹੈ। ਇਤਿਆਦਿਕ ਪ੍ਰਸੰਗ ਮਗ ਕੇਰਾ। ਇਸ ਤਰੀਕੇ ਦਾ ਕਵੀ ਜੀ ਕਹਿੰਦੇ ਜਿਹੜਾ ਸਾਰਾ ਪ੍ਰਸੰਗ ਇਹਨਾਂ ਮਸੰਦਾਂ ਨੇ ਸੁਣਾਉਣਾ ਕੀਤਾ ਸੀ। ਸੁਣ ਬੋਲੇ ਸਤਿਗੁਰ ਤਿਸ ਬੇਰਾ। ਫਿਰ ਸੁਣ ਕਰਕੇ ਅੰਤਰਜਾਮੀ ਸਤਿਗੁਰੂ ਜੀ
ਇਹਨਾਂ ਸਿੱਖਾਂ ਤਾਈਂ ਬੋਲਦੇ ਹਨ। ਲਵਪੁਰ ਸਾਹ ਜਹਾਂ ਕੀ ਬਾਤ। ਮਹਾਰਾਜ ਮਨ ਦੇ ਵਿੱਚ ਸੋਚਦੇ ਨੇ ਕਿ ਸਿੱਖ ਅਜੇ ਗੱਲ ਦੱਸਦੇ ਨਹੀਂ ਅੰਦਰਲੀ ਕਿ ਲਾਹੌਰ ਸ਼ਹਿਰ ਦੇ ਵਿੱਚ ਕੀ ਵਾਪਰਿਆ। ਫਿਰ ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਦੱਸਣਾ ਕਰੋ, ਲਾਹੌਰ ਸ਼ਹਿਰ ਦੇ ਵਿੱਚ ਜਿਹੜਾ ਸ਼ਾਹਜਹਾਨ ਹੈ ਉਹਦੇ ਬਾਬਤ ਸਾਰੀ ਹੀ ਗੱਲ ਦੱਸਣੀ ਕਰੋ। ਕਿਮਾ ਦੇਖੀ ਕਹੀਆ ਹੈ ਬਖਿਆਤ। ਕਿਵੇਂ ਲਾਹੌਰ ਸ਼ਹਿਰ ਦੇ ਵਿੱਚ ਇਸ ਸ਼ਾਹਜਹਾਨ ਦਾ ਪ੍ਰਤਾਪ ਤੁਸਾਂ ਵੇਖਿਆ, ਇਹ ਸਾਨੂੰ ਦੱਸਣਾ ਕਰੋ। ਇਤਕ ਬਾਹਿਨੀ ਬਾਹਰ ਪਰੀ। ਤੇ ਉਹਦੇ ਸ਼ਾਹਜਹਾਨ ਦੇ ਕੋਲ ਕਿੰਨੀ ਕੁ ਫੌਜ ਹੈ ਜਿਹੜੇ ਉਹਦੇ ਕੋਲ ਰਹਿੰਦੀ ਹੈ। ਇਤਕ ਤੀਰ ਬਿਲੋਕਨ ਕਰੀ। ਕਿੰਨੇ ਕੁ ਹਥਿਆਰ ਸ਼ਸਤਰ ਘੋੜੇ ਤੁਸੀਂ ਸ਼ਾਹਜਹਾਨ ਦੇ ਕੋਲ ਵੇਖਣਾ ਕੀਤੇ ਨੇ। ਜੁਗਲ ਮਸੰਦ ਕਹਿਨ ਪੁਨ ਲਾਗੇ। ਫਿਰ ਦੋਵੇਂ ਮਸੰਦ ਹੱਥ ਜੋੜ ਕੇ ਪਾਤਸ਼ਾਹ ਜੀਆਂ ਦੇ ਅੱਗੇ ਕਹਿਣ ਲੱਗੇ ਨੇ, ਯਥਾ ਪਿਖੀ ਸੋ ਕਹਿ ਤੁਮ ਆਗੇ। ਇਹ ਸੱਚੇ ਪਾਤਸ਼ਾਹ, ਜਿਵੇਂ ਅਸੀਂ ਲਾਹੌਰ ਸ਼ਹਿਰ ਦੇ ਵਿੱਚ ਸਾਰਾ ਕੁਝ ਵੇਖਣਾ ਕੀਤਾ, ਹੁਣ ਤੁਹਾਡੇ ਅੱਗੇ ਕਹਿਣਾ ਕਰਦੇ ਹਾਂ। ਜਿਸ ਦਿਨ ਹਮ ਲਵਪੁਰ ਮਹਿ ਆਏ। ਜਿਸ ਦਿਨ ਅਸੀਂ ਕਾਬਲ ਤੋਂ ਚੱਲ ਕੇ ਇਸ ਲਾਹੌਰ ਸ਼ਹਿਰ ਦੇ ਵਿੱਚ ਪੁੱਜੇ ਸਾਂ। ਤੇਰਾ ਕੀਨ ਦੇਖ ਸੁਭਥਾਏ। ਬੜਾ ਸੋਹਣਾ ਥਾਂ ਵੇਖ ਕੇ ਲਾਹੌਰ ਸ਼ਹਿਰ ਦੇ ਵਿੱਚ ਅਸੀਂ ਆਪਣਾ ਡੇਰਾ ਕਰ ਲਿਆ। ਤੁਰਕਨ ਤੇ ਹਮ ਤਬ ਹੂੰ ਸੁਣਿਓ। ਫਿਰ ਉਸ ਵੇਲੇ ਅਸੀਂ ਤੁਰਕਾਂ ਦੇ ਕੋਲੋਂ ਸੁਣਨਾ ਕੀਤਾ ਸੀ ਹੈ ਬਕਰੀਦ ਬਰਾਤ ਕੋ ਭਣਿਓ। ਕਿ ਕੱਲ ਨੂੰ ਬਕਰੀਦ ਹੈ ਤੇ ਜਿਹੜਾ ਸ਼ਾਹਜਹਾਨ ਹੈ ਆ ਕੇ ਨਮਾਜ਼ ਪੜ੍ਹੇਗਾ। ਸਾਹ ਜਹਾਂ ਨਿਕਸੇਗੇ ਬਾਹਰ। ਫਿਰ ਸ਼ਾਹਜਹਾਨ ਆਪ ਬਕਰੀਦ ਦੇ ਸਬੰਧ ਵਿੱਚ ਆਪਣੇ ਮਹਿਲ ਤੋਂ ਬਾਹਰ ਨਿਕਲੇਗਾ ਕਰਹਿ ਨਿਵਾਜ ਸਬਨ ਮੈਂ ਜਾਹਰ। ਤੇ ਸਾਰਿਆਂ ਦੇ ਵਿੱਚ ਬਹਿ ਕੇ ਇਹ ਜਿਹੜਾ ਸ਼ਾਹਜਹਾਨ ਹੈ ਆਪ ਨਮਾਜ਼ ਨੂੰ ਪੜ੍ਹਨੀ ਕਰੇਗਾ। ਰਿੰਦ ਗ੍ਰਾਮ ਕੇ ਨਰ ਸਮੁਦਾਏ। ਫਿਰ ਉਸ ਨਗਰ ਦੇ ਜਿੰਨੇ ਵੀ ਸਮੁਦਾਇ ਲੋਕ ਸਨ, ਸਾਹਿਬ ਲੋਕਨ ਕੇ ਹਿਤ ਆਏ। ਇਸ ਸ਼ਾਹ ਬਾਦਸ਼ਾਹ ਸ਼ਾਹਜਹਾਨ ਨੂੰ ਵੇਖਣ ਲਈ ਸਾਰੇ ਹੀ ਲਵਪੁਰੀ ਲਾਹੌਰ ਨਗਰ ਦੇ ਜਿਹੜੇ ਲੋਕ ਨੇ ਉਹ ਵੇਖਣ ਦੇ ਲਈ ਆਏ ਸਨ। ਸਭ ਸੁਨ ਕੇ ਸੰਗਤ ਕਹਿ ਬਾਤ। ਉਸ ਵੇਲੇ ਜਦੋਂ ਸੰਗਤਾਂ ਨੇ ਸੁਣਿਆ ਕਿ ਬਾਦਸ਼ਾਹ ਇਹ ਸ਼ਾਹਜਹਾਨ ਜਿਹੜਾ ਬਾਹਰ ਆਏਗਾ, ਇਹ ਵੇਖ ਕੇ ਸੱਚੇ ਪਾਤਸ਼ਾਹ ਸਿੱਖਾਂ ਦੇ ਅੰਦਰ ਵੀ ਚਾਹਨਾ ਹੋਈ ਕਿ ਅਸੀਂ ਵੀ ਵੇਖ ਲਈਏ ਕਿ ਸਾਡੇ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਵੱਧ ਕੇ ਕਿਸੇ ਦੀ ਸੋਭਾ ਹੈ ਜਾਂ ਨਹੀਂ। ਇਹ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦਾ ਏ ਸ਼ਾਹਜਹਾਨ, ਇਹ ਤੋਂ ਵੱਧ ਹੋਰ ਕਿਹਦੀ ਮਹਿਮਾ ਹੋਵੇਗੀ। ਇਸ ਨੂੰ ਵੇਖਣ ਦੇ ਲਈ ਸੱਚੇ ਪਾਤਸ਼ਾਹ ਸੀ ਰੁਕ ਗਏ ਸਾਂ ਵੀ ਤੁਹਾਡੇ ਤੋਂ ਵੱਧ ਕਿਸੇ ਦੀ ਮਹਿਮਾ ਹੈ ਜਾਂ ਨਹੀਂ। ਇਕਸਤ ਸਾਹੋ ਨਿਹਾਰ ਹੋ ਬਰਾਤ। ਫਿਰ ਜਦੋਂ ਅਗਲਾ ਦਿਨ ਚੜ੍ਹਿਆ, ਫਿਰ ਸ਼ਾਹਜਹਾਨ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲਿਆ। ਔਰ ਮੈਂ ਬਸ ਕਰ ਨਿਸਾ ਬਿਤਾਈ। ਫਿਰ ਰਾਤ ਦਾ ਸਮਾਂ ਸੀ, ਰਾਤ ਅਸੀਂ ਉੱਥੇ ਰਹਿ ਕਰਕੇ ਬਿਤਾਉਣਾ ਕੀਤੀ। ਜਾਗੇ ਸਕਲ ਭੋਰ ਹੋਏ ਆਈ। ਫਿਰ ਅਗਲਾ ਦਿਨ ਚੜ੍ਹਿਆ, ਅਸੀਂ ਸਾਰੇ ਹੀ ਸਿੱਖ ਉੱਠ ਖੜੇ ਹੋਏ। ਸਮਾ ਭਇਓ ਨਿਕਸਨ ਕੋ ਸਾਹੂ। ਫਿਰ ਉਸ ਵੇਲੇ ਸਮਾਂ ਪੈ ਗਿਆ ਕਿ ਸ਼ਾਹਜਹਾਨ ਹੁਣ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਆਉਣ ਲੱਗਾ ਏ। ਲੋਕ ਹਜ਼ਾਰ ਹੋ ਮਿਲੇ ਉਮਾਹੂ। ਤੇ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਬੜੀ ਹੀ ਆਪਣੇ ਮਨ ਦੇ ਵਿੱਚ ਉਤਸੁਕਤਾ ਨੂੰ ਧਾਰਨ ਕਰਕੇ ਉਸ ਸ਼ਾਹਜਹਾਨ ਨੂੰ ਵੇਖਣ ਲਈ ਬਾਹਰ ਇਕੱਠੇ ਹੋਏ ਸਨ। ਸੁੰਦਰ ਤੁੰਗ ਮਤੰਗ ਸੰਗਾਰੇ। ਤੇ ਜਿੰਨੇ ਵੀ ਉਹਦੇ ਰੱਥ ਸਨ, ਘੋੜੇ ਸਨ, ਬੜੇ ਹੀ ਸੋਹਣੇ ਸ਼ਿੰਗਾਰੇ ਹੋਏ ਸਨ। ਕੰਚਨ ਜਰਤ ਸਿੰਖਲਾ ਡਾਰੇ। ਤੇ ਇਹਨਾਂ ਹਾਥੀਆਂ ਦੇ ਉੱਪਰ ਬੜਾ ਹੀ ਸੋਹਣਾ ਜਿਹੜਾ ਸ਼ਿੰਗਾਰ ਹੈ ਉਹ ਕਰਨਾ ਕੀਤਾ ਸੀ। ਝਾਲਰ ਜਰੀ ਝੂਲ ਚਮਕੰਤ। ਤੇ ਜਿਹੜੀ ਹਾਥੀ ਦੇ ਉੱਪਰ ਝਾਲਰ ਪਾਈ ਹੋਈ ਸੀ, ਬੜੀ ਹੀ ਸੋਹਣੀ ਜਰੀ ਦੀ ਬਣਾਈ ਹੋਈ, ਜਦੋਂ ਝੂਲਦੀ ਸੀ ਬੜੀ ਹੀ ਸੋਭਾ ਨੂੰ ਪਾ ਰਹੀ ਸੀ। ਔਦਾ ਅੰਬਾਰੀ ਤਮਕੰਤੇ ਗਾਜ। ਤੇ ਹਾਥੀ ਦੇ ਜਿਹੜੇ ਉੱਪਰ ਸੱਚੇ ਪਾਤਸ਼ਾਹ ਜੀ ਬਹਿਣ ਦੇ ਲਈ ਜਗ੍ਹਾ ਬਣਾਈ ਹੋਈ ਸੀ, ਉਹ ਸੋਨੇ ਦੀ ਬੜੀ ਹੀ ਸ਼ੋਭ ਰਹੀ ਸੀ। ਤੇ ਇਹਦੀ ਜਿਹੜੀ ਝਾਲਰਾਂ ਲੱਗੀਆਂ ਸਨ, ਕੁਝ ਸਮਾਨ ਪਾਉਣ ਦੇ ਲਈ ਜਿਹਦੇ ਵਿੱਚ ਸੋਨਾ ਆਦਿਕ ਪਾਉਂਦੇ ਸਨ,
ਉਹ ਵੀ ਬੜੀ ਚਮਕ ਰਹੀ ਸੀ। ਗੱਜ ਗਾਹੀਨ ਜਿਨ ਕੇ ਲਟਕੰਤੀ। ਤੇ ਹਾਥੀ ਦੇ ਗਲ ਦੇ ਵਿੱਚ ਬੜੀਆਂ ਹੀ ਸੋਹਣੀਆਂ ਜਿਹੜੇ ਲਟਕਣ ਵਾਲੀਆਂ ਝਾਲਰਾਂ ਨੇ ਉਹ ਲਟਕ ਰਹੀਆਂ ਸਨ। ਰੇਸ਼ਮ ਕੀ ਡਰੈ ਦੁਤਬੰਦੀ। ਤੇ ਰੇਸ਼ਮ ਦੀਆਂ ਡੋਰਾਂ ਬੜੀਆਂ ਹੀ ਸ਼ੋਭ ਰਹੀਆਂ ਸਨ। ਗਿਣਤੀ ਕੁਛ ਨਾ ਚਮੂ ਕੀ ਆਈ। ਹੁਣ ਪਾਤਸ਼ਾਹ ਜੀ ਸੁਣਨਾ ਕਰੋ, ਜਿੰਨੀ ਸੈਨਾ ਸੀ ਉਹਦੇ ਕੋਲ ਉਹਦੀ ਕੋਈ ਗਿਣਤੀ ਨਾ ਹੋ ਪਾਈ। ਉਤ ਤੇ ਬਹੁਤੀ ਉਮਡਾਈ। ਬੜੀ ਹੀ ਮਨ ਵਿੱਚ ਇੱਛਾ ਧਾਰਨ ਕਰਕੇ ਭੱਜ ਕੇ ਬੜੀ ਹੀ ਉਹਦੀ ਫੌਜ ਉਹਦੇ ਕੋਲ ਆਈ ਸੀ। ਬਾਹਰ ਸਾਹ ਕੇ ਕੀਰਤਕ ਆਏ। ਫਿਰ ਸ਼ਾਹਜਹਾਨ ਦਾ ਜਿਹੜੀ ਸਵਾਰੀ ਸੀ ਬੜੀ ਸੋਹਣੀ, ਉਹ ਰੱਥ ਬਾਹਰ ਆਏ ਹਨ। ਰੇਸ਼ਮ ਜਰੀ ਢੇਰ ਉਡਰ ਆਏ। ਤੇ ਉਹਨਾਂ ਦੇ ਉੱਪਰ ਰੇਸ਼ਮ ਦੀਆਂ ਜਰੀਆਂ ਬੜੀਆਂ ਹੀ ਸੋਹਣੀਆਂ ਸ਼ੋਭ ਰਹੀਆਂ ਸਨ। ਜੀਨ ਅਨੇਕ ਭਾਂਤ ਕੋ ਸੋਹੈ। ਤੇ ਜਿਹੜੇ ਘੋੜੇ ਸਨ ਉਹਨਾਂ ਉੱਪਰ ਕਾਠੀਆਂ ਜੀਨਾਂ ਬੜੀਆਂ ਹੀ ਸ਼ੋਭ ਰਹੀਆਂ ਸਨ। ਤਨ ਖਚਤ ਦਮਕਤ ਮਨ ਮੋਹੈ। ਤੇ ਜਦੋਂ ਘੋੜੇ ਬਾਹਰ ਆ ਕੇ ਨੱਚਦੇ ਸਨ ਬੜੇ ਹੀ ਸੋਹਣੇ ਲੱਗਦੇ ਸਨ। ਇਸ ਧਰਤੀ ਦੀ ਹਿੱਕ ਉੱਤੇ ਬੜੇ ਹੀ ਠੁਮਕ ਕਰਕੇ ਚੱਲਦੇ ਸਨ ਘੋੜੇ। ਚਾਮੀ ਕਰਕੇ ਚਮਕਤ ਚਾਰੂ। ਤੇ ਸੋਨੇ ਦੇ ਜਿਹੜੇ ਬੜੀ ਹੈ ਸੋਹਣੀਆਂ ਉਹਨਾਂ ਉੱਥੇ ਵਿਛਾਈਆਂ ਕੀਤੀਆਂ ਸਨ, ਗਹਿਣੇ ਜਿਹੜੇ ਸਨ ਸ਼ੋਭ ਰਹੇ ਸੀ। ਬਲੀ ਚਪਲ ਤਨ ਤੀਨ ਉਦਾਰੂ। ਤੇ ਬੜੇ ਹੀ ਬਲੀ ਜਿਹੜੇ ਤਗੜੇ ਘੋੜੇ ਸਨ। ਥਈ ਥਈ ਕਰ ਨੱਚ ਥਲ ਚਾਲਤ। ਸੱਚੇ ਪਾਤਸ਼ਾਹ ਜੀ ਸਾਰੇ ਹੀ ਜਿਹੜੇ ਘੋੜੇ ਸਨ, ਜਿੰਨੀਆਂ ਵੀ ਸਵਾਰੀਆਂ ਸਨ, ਬੜੀਆਂ ਹੀ ਸੋਹਣੀ ਚਾਲ ਦੇ ਵਿੱਚ ਚੱਲ ਰਹੇ ਸਨ, ਬੜੇ ਚੰਚਲ ਸਨ। ਅਦਗ ਉਤਾਇਲ ਲੈ ਪਗ ਡਾਲਤ। ਤੇ ਉਹਨਾਂ ਦੇ ਗਲ ਦੇ ਵਿੱਚ ਜਿਹੜੀਆਂ ਸਨ ਰੇਸ਼ਮ ਦੀਆਂ ਬੜੀਆਂ ਡੋਰਾਂ ਪਾਈਆਂ ਸਨ, ਜਿਨ੍ਹਾਂ ਨਾਲ ਘੋੜਿਆਂ ਨੂੰ ਬੰਨ੍ਹਿਆ ਹੋਇਆ ਸੀ। ਨਿਕਸਿਓ ਸਾਹੋ ਜਹਾਂ ਤਬ ਬਾਹਰ। ਫਿਰ ਉਸ ਵੇਲੇ ਸ਼ਾਹਜਹਾਨ ਆਪਣੀਆਂ ਸਵਾਰੀਆਂ ਦੇ ਪਿੱਛੇ ਮਹਿਲ ਤੋਂ ਬਾਹਰ ਨਿਕਲਿਆ। ਸਬਨ ਬਿਲੋਕਿਓ ਮਗ ਮੈਂ ਜਾਹਿਰ। ਸਾਰਿਆਂ ਨੇ ਉਸ ਸ਼ਾਹਜਹਾਨ ਨੂੰ ਰਸਤੇ ਦੇ ਵਿੱਚ ਵੇਖਣਾ ਕੀਤਾ। ਏਕ ਰੰਗ ਚਲਤ ਤੇ ਆਗੇ। ਤੇ ਉਸ ਸ਼ਾਹਜਹਾਨ ਦੇ ਅੱਗੇ ਸੱਚੇ ਪਾਤਸ਼ਾਹ ਦੋ ਜਿਹੜੇ ਘੋੜੇ ਸਨ ਬੜੇ ਹੀ ਸੋਹਣੇ ਉਹ ਸ਼ੋਭ ਰਹੇ ਸਨ। ਇੱਥੇ ਕਵੀ ਜੀਆਂ ਨੇ ਸਾਰਾ ਪ੍ਰਸੰਗ ਖੋਲ੍ਹ ਕਰਕੇ ਨਹੀਂ ਦੱਸਿਆ। ਜਿਹੜੇ ਘੋੜਿਆਂ ਦੀ ਗੱਲ ਕਰਦੇ ਨੇ, ਦਿਲਬਾਗ ਤੇ ਗੁਲਬਾਗ ਘੋੜਾ ਜਿਹੜੇ ਸਿੱਖ ਕਾਬਲ ਤੋਂ ਲੈ ਕੇ ਆਏ ਸਨ ਤੇ ਰਸਤੇ ਵਿੱਚ ਜਦੋਂ ਲਾਹੌਰ ਸ਼ਹਿਰ ਵਿੱਚ ਰੁਕੇ, ਉਸ ਵੇਲੇ ਸ਼ਾਹਜਹਾਨ ਦੇ ਜਿਹੜੇ ਅਹਿਲਕਾਰ ਸਨ, ਕੁਝ ਚੌਧਰੀ, ਉਹਨਾਂ ਨੇ ਵੇਖ ਕਰਕੇ ਨਾ ਘੋੜਿਆਂ ਨੂੰ ਵੇਖੇ ਕਿ ਬੜੇ ਸੋਹਣੇ ਨੇ। ਪਹਿਲਾਂ ਤਾਂ ਸਿੱਖਾਂ ਕੋਲੋਂ ਮੰਗੀ, ਪਰ ਸਿੱਖਾਂ ਨੇ ਕਿਹਾ ਨਹੀਂ, ਇਹ ਤਾਂ ਬਾਦਸ਼ਾਹ ਦੇ ਲਈ ਨੇ, ਦੀਨ ਦੁਨੀ ਦਾ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਲਈ ਨੇ। ਜਦੋਂ ਉਹਨਾਂ ਨੇ ਮੁਸਲਿਆਂ ਨੇ ਸੁਣਿਆ, ਮਨ ਦੇ ਵਿੱਚ ਕਹਿਣ ਲੱਗੇ, ਦੁਨੀਆ ਤੇ ਹੋਰ ਕਿਹੜਾ ਬਾਦਸ਼ਾਹ ਹੋ ਗਿਆ, ਸ਼ਾਹਜਹਾਨ ਤੋਂ ਵੱਡਾ ਕਿਹੜਾ ਬਾਦਸ਼ਾਹ ਹੈ। ਇਹ ਘੋੜੇ ਦਾ ਸ਼ਾਹਜਹਾਨ ਦੇ ਲਈ ਹਨ, ਅਸੀਂ ਲੈ ਜਾਵਾਂਗੇ। ਸਿੱਖਾਂ ਨੇ ਬੜੀਆਂ ਬੇਨਤੀਆਂ ਕੀਤੀਆਂ ਕਿ ਸਾਡੇ ਮਨ ਦੀ ਇੱਛਾ ਹੈ ਅਸੀਂ ਛੇਵੇਂ ਪਾਤਸ਼ਾਹ ਅੱਗੇ ਖੜਨੇ ਨੇ, ਪਰ ਕਿੱਥੋਂ ਮੰਨਦੇ ਸਨ। ਹੰਕਾਰ ਦੇ ਵਿੱਚ ਆਏ, ਆਪਣੇ ਬਲ ਦੇ ਨਾਲ ਧੱਕੇ ਨਾਲ ਘੋੜਿਆਂ ਨੂੰ ਖੋਹ ਕੇ ਲੈ ਗਏ। ਜਦੋਂ ਚਲੇ ਗਏ, ਘੋੜਿਆਂ ਨੂੰ ਆ ਕੇ ਸ਼ਾਹਜਹਾਨ ਦੇ ਅੱਗੇ ਪੇਸ਼ ਕੀਤਾ ਏ। ਫਿਰ ਮਨ ਦੇ ਵਿੱਚ ਵਿਚਾਰ ਕਰਕੇ ਉਸ ਜਿਹੜਾ ਵਿਅਕਤੀ ਸੀ, ਜਿਹੜੇ ਸਿੱਖ ਨੇ ਘੋੜੇ ਲਿਆਂਦੇ, ਉਹਨੂੰ ਕੁਝ ਭੇਟਾ ਵੀ ਦੇਣੀ ਚਾਹੀ। ਪਹਿਲਾਂ ਸਿੱਖ ਨੇ ਤਾਂ ਨਾ ਕਰ ਦਿੱਤੀ, ਮੈਂ ਨਹੀਂ ਲਵਾਂਗਾ। ਫਿਰ ਉਹ ਭੇਟਾ ਵੀ ਉਹਨਾਂ ਦੇ ਕੋਲੋਂ ਲੈ ਲਈ, 2 ਲੱਖ ਰੁਪਈਆ, ਕਿ ਕਿਤੇ ਰਸਤੇ ਦੇ ਵਿੱਚ ਲੋੜ ਪੈ ਜਾਵੇਗੀ। ਇਹ ਜਿਹੜਾ ਪ੍ਰਸੰਗ ਪਹਿਲਾਂ ਚੱਲਿਆ ਸੀ, ਹੁਣ ਉਸੇ ਪ੍ਰਕਾਰ ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਉਹ ਜਿਹੜੇ 2 ਘੋੜੇ ਸਨ ਤੁਹਾਡੇ ਲਈ ਲੈ ਕੇ ਆਏ, ਉਹ ਵੀ ਸ਼ਾਹਜਹਾਨ ਦੇ ਕੋਲ ਨੇ ਤੇ ਬੜੇ ਹੀ ਸ਼ੋਭਦੇ ਹਨ। ਇਨਕੇ ਸਾਥ ਮਹਾ ਅਨੁਰਾਗੀ। ਜਿਹਦੇ ਨਾਲ ਸ਼ਾਹਜਹਾਨ ਦਾ ਬੜਾ ਹੀ ਪ੍ਰੇਮ ਹੈ। ਨਿਜ ਆਖਣ ਕੇ ਆਗੇ ਰੱਖੇ। ਸਦਾ ਹੀ ਆਪਣੀਆਂ ਅੱਖਾਂ ਦੇ ਅੱਗੇ ਇਹਨਾਂ ਘੋੜਿਆਂ ਨੂੰ ਰੱਖਣਾ ਕਰਦਾ ਏ। ਮਗ ਮਹਿ ਮਿਸ਼ਰਨ ਨਹੀਂ ਅਬ ਲਾਖੇ। ਕਦੀ ਵੀ ਮਨ ਦੇ ਵਿੱਚ ਇੱਛਾ ਨਹੀਂ ਰੱਖਦਾ ਸ਼ਾਹਜਹਾਨ ਕਿ ਇਹ ਘੋੜੇ ਮੇਰੇ ਤੋਂ ਦੂਰ ਹੋ ਜਾਣ। ਕਹਾਂ ਲੋਕ ਹਮ ਪੁੱਛੇ ਜਬੈ। ਫਿਰ ਉੱਥੋਂ ਦੇ ਲੋਕਾਂ ਨੂੰ
ਜਦੋਂ ਪੁੱਛਣਾ ਕੀਤਾ। ਆਖੇ ਗੁਣ ਅਰ ਕੀਮਤ ਸਬੈ। ਫਿਰ ਉਸ ਵੇਲੇ ਉਹਨਾਂ ਲੋਕਾਂ ਨੇ ਦੱਸਿਆ ਵੀ ਇਸ ਘੋੜੇ ਦੀ ਬੜੀ ਹੀ ਤਗੜੀ ਕੀਮਤ ਹੈ ਤੇ ਬੜਾ ਹੀ ਬਲੀ ਘੋੜੇ ਹਨ। ਮਨਹੁ ਕਾਮ ਕਾਰੀਗਰ ਹੋਏ। ਸੱਚੇ ਪਾਤਸ਼ਾਹ ਜਿਹੜੇ ਘੋੜੇ ਤੁਹਾਡੇ ਲਈ ਲੈ ਕੇ ਆਏ ਸਨ, ਮੰਨਣਾ ਕਰੋ ਇੰਨੇ ਸੋਹਣੇ ਸਨ ਵੀ ਕਿਵੇਂ ਕਾਮ ਦੇਵਤੇ ਨੇ ਇਹਨਾਂ ਘੋੜਿਆਂ ਨੂੰ ਸ਼ਿੰਗਾਰਿਆ ਹੋਵੇ। ਹਰੀ ਸੋ ਮੂਰਤ ਸੁੰਦਰ ਦੋਏ। ਦੋਵਾਂ ਘੋੜਿਆਂ ਦੀ ਮੂਰਤ ਪਾਤਸ਼ਾਹ ਜੀ ਬੜੀ ਹੀ ਸੋਹਣੀ ਹੈ। ਅਮਰੀ ਮਤ ਮੈਂ ਤਬ ਇਮ ਆਵੈ। ਉਸ ਵੇਲੇ ਸਾਡੀ ਮੱਤ ਦੇ ਵਿੱਚ ਇਸ ਪ੍ਰਕਾਰ ਆਉਣਾ ਕੀਤਾ ਹੈ। ਵਿਖੇ ਇੰਦਰ ਤਉ ਚਿੱਤ ਬਿਰਮਾਵੈ। ਇਹਨਾਂ ਘੋੜਿਆਂ ਨੂੰ ਵੇਖ ਕੇ ਇਹ ਜਿਹੜਾ ਇੰਦਰ ਦੇਵਤਾ ਏ ਇਹ ਵੀ ਘੋੜਿਆਂ ਨੂੰ ਵੇਖ ਕਰਕੇ ਸ਼ਰਮਾ ਜਾਵੇਗਾ। ਇੰਨੇ ਸੁੰਦਰ ਘੋੜੇ ਨੇ। ਇਨ ਕੇ ਗੁਣ ਕਿਛ ਗਿਣੇ ਨ ਜਾਈ। ਇਹਨਾਂ ਘੋੜਿਆਂ ਦੇ ਸੱਚੇ ਪਾਤਸ਼ਾਹ ਕੋਈ ਵੀ ਗੁਣ ਜਿਹੜੇ ਗਿਣੇ ਨਹੀਂ ਜਾਂਦੇ। ਸੁਨੇ ਕਹਿਤ ਨਰ ਹੈ ਦਰਿਆਈ। ਤੇ ਇਹ ਜਿਹੜੇ ਘੋੜੇ ਸਨ ਸਿੱਖ ਨੇ ਬੜੇ ਚਾਅ ਨਾਲ ਪਾਲੇ। ਜਦੋਂ ਇਹਨਾਂ ਘੋੜਿਆਂ ਨੂੰ ਨਿੱਕਿਆਂ ਨੂੰ ਆਪਣੇ ਕੋਲ ਰੱਖਿਆ ਸੀ, ਮਨ ਦੇ ਵਿੱਚ ਇੱਛਾ ਸੀ ਦਰਿਆਈ ਘੋੜੇ ਹਨ, ਜਦੋਂ ਵੱਡੇ ਹੋਣਗੇ ਛੇਵੇਂ ਪਾਤਸ਼ਾਹ ਜੀਆਂ ਦੇ ਅੱਗੇ ਅਰਪਣ ਕਰਾਂਗੇ। ਇਹ ਸੱਚੇ ਪਾਤਸ਼ਾਹ ਜੀ ਦਰਿਆਈ ਘੋੜੇ ਬੜੇ ਹੀ ਫੁਰਤੀਲੇ ਤੇ ਬੜੇ ਬਲ ਵਾਲੇ ਹਨ। ਇੱਕ ਗੁਲਬਾਗ ਦੁਤੀਏ ਦਿਲਬਾਗ। ਇੱਕ ਘੋੜੇ ਦਾ ਨਾਂ ਦਿਲਬਾਗ ਹੈ ਤੇ ਦੂਜੇ ਘੋੜੇ ਦਾ ਨਾਂ ਗੁਲਬਾਗ ਹੈ। ਸੁਨੇ ਨਾਮ ਉਪਜੇ ਅਨੁਰਾਗ। ਇਹਨਾਂ ਘੋੜਿਆਂ ਦਾ ਨਾਂ ਸੁਣ ਕੇ ਮਨ ਦੇ ਵਿੱਚ ਅਨੁਰਾਗ ਆਨੰਦ ਪੈਦਾ ਹੁੰਦਾ ਹੈ। ਹਰੀ ਨਦੀ ਨਦ ਹੋਵਤ ਪਾਰ। ਮਨ ਦੇ ਵਿੱਚ ਘੋੜਿਆਂ ਦੇ ਬਲ ਵੇਖ ਕੇ ਪ੍ਰੇਮ ਬੜਾ ਹੀ ਪੈਦਾ ਹੁੰਦਾ ਹੈ। ਜਦੋਂ ਇਹ ਘੋੜੇ ਨਦੀ ਦੇ ਉੱਪਰ ਚੱਲਦੇ ਹਨ ਨਹਿ ਭੀਗਨ ਦੇ ਜਲ ਅਸਵਾਰ। ਤੇ ਨਦੀ ਦੇ ਪਾਣੀ ਦੇ ਉੱਪਰ ਪਾਤਸ਼ਾਹ ਜੀ ਬੜੀ ਤੇਜ਼ੀ ਦੇ ਨਾਲ ਘੋੜੇ ਚੱਲਦੇ ਨੇ ਤੇ ਜਿਹੜਾ ਅਸਵਾਰ ਘੋੜੇ ਦੇ ਉੱਪਰ ਸਵਾਰ ਹੁੰਦਾ ਏ ਉਹ ਵੀ ਭਿੱਜਣਾ ਨਹੀਂ ਕਰਦਾ। ਚਿਤ ਪਰ ਚਰਨ ਰਖੇ ਕੈ ਨਾਹੀ। ਜਿਹੜਾ ਵੀ ਇਹਨਾਂ ਘੋੜਿਆਂ ਦੇ ਉੱਪਰ ਜਾ ਕੇ ਸਵਾਰ ਹੁੰਦਾ ਏ ਉਹਦੇ ਪੈਰ ਵੀ ਪਾਣੀ ਦੇ ਵਿੱਚ ਭਿੱਜਦੇ ਨਹੀਂ। ਘੋੜੇ ਜਿਹੜੇ ਨੇ ਪਾਣੀ ਦੇ ਉੱਪਰ ਵੀ ਬੜੀ ਤੇਜ਼ੀ ਨਾਲ ਚੱਲਦੇ ਹਨ, ਇਸ ਲਈ ਇਹਨਾਂ ਨੂੰ ਦਰਿਆਈ ਘੋੜੇ ਕਿਹਾ ਜਾਂਦਾ ਏ। ਲਖੇ ਨਾ ਪਰਹਿ ਜਲਤ ਮਗ ਮਾਹੀ। ਤੇ ਬੜੀ ਤੇਜ਼ੀ ਦੇ ਨਾਲ ਜਲ ਦੇ ਉੱਪਰ ਚੱਲ ਕੇ ਤੇ ਰਸਤੇ ਨੂੰ ਤੈਅ ਕਰਦੇ ਨੇ। ਕਣੀ ਆਰਜਾ ਮੋਹ ਬਿਤਾਈ। ਅਸੀਂ ਬੜੀ ਹੀ ਲੰਮੀ ਜਿਹੜੀ ਉਮਰ ਹੈ ਘੋੜਿਆਂ ਦੇ ਵਪਾਰ ਦੇ ਵਿੱਚ ਬਿਤਾਉਣਾ ਕੀਤੀ ਏ। ਆਸ ਆਸ ਵਿਖੇ ਨਹੀਂ ਕਿਸ ਥਾਈ। ਪਰ ਅੱਜ ਤੱਕ ਪਾਤਸ਼ਾਹ ਜੀ ਦੁਨੀਆ ਦੇ ਉੱਪਰ ਇਹਨਾਂ ਘੋੜਿਆਂ ਦੇ ਵਰਗੇ ਘੋੜੇ ਅੱਜ ਤੱਕ ਵੀ ਅਸੀਂ ਵੇਖਣਾ ਨਹੀਂ ਕੀਤੇ। ਵੇਖ ਸੰਗਤ ਆਨੰਦਤ ਹੋਈ। ਵੇਖ ਕਰਕੇ ਇਹਨਾਂ ਘੋੜਿਆਂ ਨੂੰ ਜਿੰਨੀ ਵੀ ਸੰਗਤ ਸੀ ਬੜੀ ਹੀ ਆਨੰਦ ਦੇ ਸਹਿਤ ਹੋਈ ਸੀ। ਕਹਿਓ ਗੁਰੂ ਟਿਕ ਚਹੀਅਤ ਦੋਈ। ਜਦੋਂ ਸੰਗਤ ਨੇ ਵੀ ਵੇਖਿਆ ਨਾ ਘੋੜਿਆਂ ਨੂੰ ਪਾਤਸ਼ਾਹ ਤੇ ਸਾਰਿਆਂ ਦੇ ਮਨ ਵਿੱਚ ਇੱਛਾ ਆਈ ਇਹ ਜਿਹੜੇ ਘੋੜੇ ਨੇ ਭਾਵੇਂ ਸ਼ਾਹਜਹਾਨ ਦੇ ਕੋਲ ਜੋਰੋ ਜਬਰੀ ਆ ਗਏ ਨੇ, ਪਰ ਇਹ ਤਾਂ ਸਾਡੇ ਮਾਲਕ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਕੋਲ ਹੀ ਸੋਹਣੇ ਸੋਭਨੀਕ ਹੋਣਗੇ। ਜਿਨਕੇ ਚਿਤ ਮਹਿ ਸੌਂਕ ਵਿਸਾਲਾ। ਇਹਨਾਂ ਦੇ ਹਿਰਦੇ ਵਿੱਚ ਬੜਾ ਹੀ ਸੋਕ ਭਾਵਨਾ ਹੈ। ਲਟਹਿ ਕਰਹਿ ਰੇਡਣਾ ਰਿਪੁਨ ਕਰਾਲਾ। ਤੇ ਜਦੋਂ ਮਹਾਰਾਜ ਸਿੱਖਾਂ ਨੇ ਮਨ ਵਿੱਚ ਸੋਚਿਆ ਕਿ ਜਦੋਂ ਤੁਸੀਂ ਇਹਨਾਂ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਇਹ ਜਿਹੜੇ ਵੈਰੀ ਹਨ ਇਹਨਾਂ ਦਾ ਨਾਸ਼ ਕਰ ਸੁੱਟੋਗੇ। ਤੁਰਕੇਸ਼ਵਰ ਟਿਕ ਹੈ ਤੋ ਸਹੀ। ਪਰ ਇਹ ਜਿਹੜਾ ਤੁਰਕੇਸ਼ਵਰ ਭਾਵ ਤੁਰਕਾਂ ਦਾ ਈਸ਼ਵਰ ਬਣਿਆ ਫਿਰਦਾ ਏ ਇਹ ਜਿਹੜਾ ਸ਼ਾਹਜਹਾਨ ਹੈ ਇਹਦੇ ਕੋਲ ਭਾਵੇਂ ਇਹ ਘੋੜੇ ਹਨ ਕਰਨ ਅਰੁਡਨ ਜਾਣਹਿ ਨਹੀਂ। ਪਰ ਇਹ ਘੋੜੇ ਦੇ ਉੱਪਰ ਨਾ ਤਾਂ ਚੰਗੀ ਤਰ੍ਹਾਂ ਸਵਾਰ ਹੋਣਾ ਜਾਣਦਾ ਏ ਤੇ ਨਾ ਇਹ ਘੋੜੇ ਤੇ ਸਵਾਰ ਹੋ ਕੇ ਜੰਗੇ ਮੈਦਾਨ ਦੇ ਅੰਦਰ ਵੈਰੀਆਂ ਦੇ ਨਾਲ ਡਟਣ ਦੀ ਸ਼ਮਤਾ ਰੱਖਦਾ ਏ। ਸ੍ਰੀ ਸਤਿਗੁਰ ਕੋ ਢੀਲ ਬਡੇਰੋ। ਪਾਤਸ਼ਾਹ ਜੀ ਇਹ ਜਿਹੜਾ ਸ਼ਾਹਜਹਾਨ ਏ ਇਹਦਾ ਤਾਂ ਸਰੀਰ ਵੀ ਕੀੜੀ ਵਰਗਾ ਏ, ਪਰ ਤੁਹਾਡਾ ਜਿਹੜਾ ਜੁੱਸਾ ਹੈ ਇਹ ਬੜਾ ਹੀ ਤਗੜਾ ਢੀਲ ਡੋਲ ਬੜਾ ਹੀ ਤਗੜਾ ਹੈ ਜੀ। ਉਹੇ ਰੁਡਨ ਸੁਬਹਿ ਕਨੇਰੋ। ਤੇ ਜਦੋਂ ਤੁਸੀਂ
ਇਹਨਾਂ ਘੋੜਿਆਂ ਦੇ ਉੱਪਰ ਸੱਜ ਕਰਕੇ ਬਹਿਣਾ ਕਰੋਗੇ। ਛੱਡ ਸੰਗਤ ਕੋ ਦਰਸ਼ਨ ਦਹਿ। ਘੋੜਿਆਂ ਦੇ ਉੱਪਰ ਚੜ੍ਹ ਕੇ ਜਦੋਂ ਸਾਰੀ ਸਿੱਖ ਸੰਗਤ ਨੂੰ ਦਰਸ਼ਨ ਦੋਗੇ, ਸਭ ਸਿੱਖਣ ਆਨੰਦ ਉਪਜੇ ਹੈ। ਸਾਰੇ ਹੀ ਸਿੱਖ ਤੁਹਾਡੇ ਦਰਸ਼ਨਾਂ ਨੂੰ ਕਰਕੇ ਆਨੰਦ ਦੇ ਅੰਦਰ ਆ ਜਾਣਗੇ। ਹਮ ਸੁਨ ਕੇ ਸਭ ਕੇ ਸੰਗ ਕਹੀ। ਇਸ ਤਰੀਕੇ ਨਾਲ ਸੁਣ ਕੇ ਅਸੀਂ ਸਾਰੀ ਵਾਰਤਾ ਸੱਚੇ ਪਾਤਸ਼ਾਹ ਤੁਹਾਡੇ ਕੋਲ ਆਖ ਸੁਣਾਈ ਹੈ। ਤੈਂ ਜੇ ਗੁਰੂ ਕਠਨ ਕੁਛ ਨਹੀਂ। ਜਦੋਂ ਸਿੱਖਾਂ ਦੇ ਮਨ ਵਿੱਚ ਆਇਆ ਵੀ ਇਹ ਤਾਂ ਪਾਤਸ਼ਾਹ ਲਈ ਘੋੜੇ ਲਿਆਂਦੇ ਸਨ, ਹੁਣ ਕੀ ਕਰੀਏ? ਉਸ ਵੇਲੇ ਮਨ 'ਚ ਇੱਛਾ ਆਈ ਸੀ ਸੱਚੇ ਪਾਤਸ਼ਾਹ ਕਿ ਜੇ ਗੁਰੂ ਦੇ ਲਾਇਕ ਹੋਣਗੇ, ਇਹ ਗੁਰੂ ਘਰ ਦੇ ਵਿੱਚ ਆਪ ਹੀ ਆਪ ਪੁੱਜਣਗੇ। ਗੁਰੂ ਇੰਨੀ ਸ਼ਮਤਾ ਰੱਖਦਾ ਹੈ, ਆਪਣੀਆਂ ਚੀਜ਼ਾਂ ਵਸਤੂਆਂ ਨੂੰ ਆਪਣੇ ਪਾਸ ਲੈ ਆਉਂਦਾ ਏ। ਇਸ ਜੇ ਉਜਤ ਤੁਮਾਰੇ ਅਹੰ। ਇਸ ਤਰੀਕੇ ਦਾ ਜਿਹੜਾ ਨਿਸ਼ਚਾ ਏ ਤੁਹਾਡੇ ਉੱਪਰ ਸਾਰੀ ਸੰਗਤ ਨੂੰ ਹੈ ਕਿ ਇਹ ਦੋਵੇਂ ਘੋੜੇ ਤੁਸੀਂ ਆਪਣੇ ਕੋਲ ਲੈ ਆਵੋਗੇ। ਸਿੱਖ ਸੰਗਤ ਸਗਰੇ ਹੀ ਕਹੈ। ਸਾਰੀ ਹੀ ਸਿੱਖ ਸੰਗਤ ਇਸ ਤਰੀਕੇ ਦੀਆਂ ਬੇਨਤੀਆਂ ਕਰਦੀ ਏ। ਸ੍ਰੀ ਗੁਰੂ ਜੀ ਜਬ ਦੇਖੋ ਦਿਨ ਕੋ। ਸੱਚੇ ਪਾਤਸ਼ਾਹ ਜਦੋਂ ਉਹਨਾਂ ਘੋੜਿਆਂ ਨੂੰ ਵੇਖਣਾ ਕਰੋਗੇ, ਲਖੋ ਤਬੇ ਸੁਖ ਹੋਏ ਜਿਸ ਮਾਨਨ ਕੋ। ਬੜੇ ਹੀ ਸੋਹਣੇ ਘੋੜੇ ਨੇ ਪਾਤਸ਼ਾਹ, ਵੇਖ ਕਰਕੇ ਤੁਸੀਂ ਵੀ ਬੜੇ ਆਨੰਦ ਵਿੱਚ ਆਵੋਗੇ। ਇਤਿਆਦਿਕ ਗੁਣ ਕਹਿ ਸਮੁਦਾਏ। ਇਸ ਤਰੀਕੇ ਦੇ ਜਿਹੜੇ ਗੁਣ ਨੇ ਸਾਰੀ ਹੀ ਸੰਗਤ ਨੇ ਦੱਸਣਾ ਕੀਤੇ ਨੇ। ਜਯੋ ਕਯੋ ਕਰ ਸ੍ਰੀ ਗੁਰ ਨਿਰਮਾਏ। ਕਵੀ ਜੀ ਕਹਿੰਦੇ ਜਿਵੇਂ ਕਿਵੇਂ ਵੀ ਸਾਰੀ ਵਾਰਤਾ ਨੂੰ ਦੱਸ ਕੇ ਗੁਰੂ ਸਾਹਿਬ ਜੀਆਂ ਨੂੰ ਸ਼ਾਂਤੀ ਦੇ ਵੱਲੋਂ ਬਰਮਾ ਕਰਕੇ ਵੀਰ ਰਸ ਦੇ ਵਿੱਚ ਸੱਚੇ ਪਾਤਸ਼ਾਹ ਆਏ ਨੇ। ਜਦੋਂ ਸਿੱਖਾਂ ਨੇ ਬੇਨਤੀਆਂ ਕੀਤੀਆਂ, ਪਾਤਸ਼ਾਹ ਘੋੜੇ ਤੁਹਾਡੇ ਦਰ ਲਈ ਲੈ ਕੇ ਆਏ ਸਾਂ, ਇਹਨਾਂ ਮੁਗਲਾਂ ਮੁਸਲਿਆਂ ਨੇ ਰਾਹ ਦੇ ਵਿੱਚ ਹੀ ਖੋਹ ਲਏ ਨੇ। ਇੰਨੀ ਗੱਲ ਨੂੰ ਸੁਣ ਕੇ ਸੱਚੇ ਪਾਤਸ਼ਾਹ ਜਿਹੜੇ ਸ਼ਾਂਤੀ ਦੇ ਵਿੱਚ ਬੈਠੇ ਸਨ, ਬੜੇ ਹੀ ਵੀਰ ਰਸ ਵਿੱਚ ਆਏ ਹਨ, ਨੇਤਰ ਲਾਲ ਕੀਤੇ ਨੇ। ਪ੍ਰਸੰਗ ਕਰ ਸਰਬ ਸੁਨਾਇਓ। ਇਸ ਤਰੀਕੇ ਦਾ ਜਿਹੜਾ ਸਾਰਾ ਪ੍ਰਸੰਗ ਹੈ ਉਹ ਮਹਾਰਾਜ ਜੀਆਂ ਦੇ ਕੋਲ ਸੁਣਾਉਣਾ ਕੀਤਾ ਸੰਗਤ ਨੇ। ਸੰਗਰ ਸਿਵਰ ਕਿਤਕ ਦਿਨ ਛਾਇਓ। ਕੁਝ ਕੁ ਦਿਨ ਸੰਗਤ ਉੱਤੇ ਡੇਰਾ ਲਾ ਕੇ ਮਹਾਰਾਜ ਜੀਆਂ ਦੇ ਕੋਲ ਬੈਠੀ ਰਹੀ ਤੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ, ਸਿੱਖੋ ਜੇ ਗੁਰੂ ਘਰ ਦੇ ਘੋੜੇ ਹੋਣਗੇ ਤੇ ਗੁਰੂ ਘਰ ਦੇ ਵਿੱਚ ਆ ਪੁੱਜਣਗੇ। ਐਵੇਂ ਗੱਲ ਨੂੰ ਸੁਣ ਕੇ ਕੁਝ ਕੁ ਦਿਨ ਸੰਗਤ ਨੇ ਉੱਥੇ ਡੇਰਾ ਕੀਤਾ ਏ। ਜਬ ਗੁਰ ਟਿਕ ਬੈਠਤ ਹੈ ਜਾਏ। ਜਦੋਂ ਵੀ ਕਿਤੇ ਸੰਗਤ ਪਾਤਸ਼ਾਹ ਦੇ ਕੋਲ ਆਉਂਦੀ ਹੈ, ਜੁਗਮ ਤਰੰਗ ਪ੍ਰਸੰਗ ਚਲਾਏ। ਬੈਠ ਕਰਕੇ ਦੋਵਾਂ ਘੋੜਿਆਂ ਦਾ ਪ੍ਰਸੰਗ ਚਲਾਉਣਾ ਕਰਦੀ ਏ। ਤਿਨ ਸਮਾਨ ਜਗ ਮਹਿ ਕਿਤ ਨਾਹੀ। ਆ ਕਰਕੇ ਫਿਰ ਪਾਤਸ਼ਾਹ ਅੱਗੇ ਬੇਨਤੀਆਂ ਕਰਦੀ, ਮਹਾਰਾਜ ਘੋੜਿਆਂ ਨੂੰ ਵਾਪਸ ਲੈ ਆਓ, ਅਸੀਂ ਤੁਹਾਡੇ ਕੋਲ ਵੇਖਣਾ ਚਾਹੁੰਦੇ ਹਾਂ। ਜਿਨ੍ਹਾਂ ਦੇ ਵਰਗਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਘੋੜੇ ਨਹੀਂ ਹਨ। ਸ੍ਰੀ ਹੈ ਦੇਸ ਵਿਦੇਸ਼ ਜੇ ਮਾਹੀ। ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਹੀ ਸੁਦਾਗਰ ਫਿਰਦੇ ਹਨ। ਉਚਿਤ ਆਪ ਕੇ ਸਭ ਹੂੰ ਜਾਣੇ। ਤੇ ਸਾਰਿਆਂ ਨੇ ਇਹੋ ਜਾਣਨਾ ਕੀਤਾ ਹੈ ਜਿਹੜੇ ਘੋੜੇ ਨੇ ਕੇਵਲ ਤੁਹਾਡੇ ਲਈ ਹੀ ਉਚਿਤ ਹਨ। ਚਪਲ ਚਲਾਕ ਚਾਰ ਪਹਿਚਾਨੇ। ਇਹ ਘੋੜੇ ਬੜੇ ਹੀ ਚਪਲ ਸੋਹਣੇ ਚਲਾਕ ਹਨ। ਇਮ ਕਹਿ ਕਰ ਗੁਰ ਨਿਕਟ ਸੁਨਾਵੈ। ਐਵੇਂ ਕਹਿ ਕੇ ਸਤਿਗੁਰਾਂ ਜੀਆਂ ਦੇ ਕੋਲ ਬਾਰ-ਬਾਰ ਘੋੜਿਆਂ ਦਾ ਪ੍ਰਸੰਗ ਸੁਣਾਉਂਦੇ ਸਨ। ਹੈ ਯਥਾਰਥ ਸੁਨ ਹੁਲਸਾਵੈ। ਤੇ ਜਿਵੇਂ ਹੋਵੇਗਾ ਸੱਚੇ ਪਾਤਸ਼ਾਹ ਕਹਿਣ ਲੱਗੇ ਉਸੇ ਤਰੀਕੇ ਨਾਲ ਅਸੀਂ ਕਰਨਾ ਕਰਾਂਗੇ। ਇਹ ਸੁਣ ਕਰਕੇ ਸੰਗਤ ਬੜੀ ਹੀ ਖੁਸ਼ ਹੁੰਦੀ ਏ। ਏਤਕ ਦਿਨ ਗੁਰ ਨਿਕਟ ਪੁਜਾਰੇ। ਕੁਝ ਕੁ ਦਿਨ ਫਿਰ ਸੰਗਤ ਪਾਤਸ਼ਾਹ ਜੀਆਂ ਦੇ ਕੋਲ ਰਹਿ ਕਰਕੇ ਸਮੇਂ ਨੂੰ ਬਤੀਤ ਕੀਤਾ। ਚਲਨ ਸਦਨ ਕੋ ਉਮੰਗੇ ਸਾਰੇ। ਫਿਰ ਸਾਰਿਆਂ ਦੇ ਮਨ ਦੇ ਵਿੱਚ ਹੁਣ ਵਾਪਸ ਚੱਲਣ ਦੀ ਇੱਛਾ ਆਈ ਹੈ। ਯਥਾ ਜੋਗ ਸਿਰ ਪਾਉ ਦੀਨ। ਜਥਾ ਜੋਗ ਮਹਾਰਾਜ ਜੀਆਂ ਨੇ
ਸਾਰੇ ਸਿੱਖਾਂ ਨੂੰ ਸਿਰ ਪਾਉ ਦੇਣਾ ਕੀਤਾ ਏ। ਸੰਗਤ ਸਗਲ ਵਿਸਰਜਨ ਕੀਨ। ਫਿਰ ਸਾਰੀ ਸੰਗਤ ਨੇ ਮਹਾਰਾਜ ਜੀਆਂ ਦੇ ਕੋਲੋਂ ਚੱਲਣਾ ਕੀਤਾ। ਮਨੋ ਕਾਮਨਾ ਪਾਏ ਭਿਆਨੇ। ਆਪਣੇ ਮਨ ਦੀ ਜਿਹੜੀ ਵੀ ਕਾਮਨਾ ਇੱਛਾ ਸੀ ਉਹਨੂੰ ਪ੍ਰਾਪਤ ਕਰਕੇ ਵਾਪਸ ਚੱਲੇ ਨੇ। ਮਾਰਗ ਮਹਿ ਗੁਰ ਸੁਜਸ ਬਖਾਨੇ। ਰਸਤੇ ਦੇ ਵਿੱਚ ਚੱਲਦੇ ਚੱਲਦੇ ਪਾਤਸ਼ਾਹ ਜੀਆਂ ਦਾ ਜਸ ਗਾਉਂਦੇ ਨੇ। ਪਾਪੀ ਮੱਝੇ ਗੋਇੰਦਵਾਲ। ਫਿਰ ਐਵੇਂ ਚੱਲਦੇ ਚੱਲਦੇ ਗੋਇੰਦਵਾਲ ਸਾਹਿਬ ਆਈ ਇਹ ਸੰਗਤ। ਆ ਕਰਕੇ ਬੋਲੀ ਦੇ ਵਿੱਚ ਇਸ਼ਨਾਨ ਕੀਤਾ। ਦਰਸਖ ਦੂਰ ਸੋ ਪੁੰਨ ਵਿਸਾਲ। ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਫਿਰ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਆ ਪੁੱਜੇ। ਜਾਏ ਤਰਨ ਤਾਰਨ ਇਸਨਾਨੇ। ਫਿਰ ਖਡੂਰ ਸਾਹਿਬ ਤੋਂ ਚੱਲ ਕੇ ਸਾਰੀ ਸੰਗਤ ਤਰਨ ਤਾਰਨ ਸਾਹਿਬ ਆ ਕਰਕੇ ਪੁੱਜੀ ਹੈ। ਹੌਰ ਸੁਦਾ ਸਰ ਮੱਜਨ ਠਾਨੇ। ਐਵੇਂ ਚੱਲਦੇ ਚੱਲਦੇ ਸੁਦਾਸਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਆ ਕੇ ਸਾਰੀ ਸੰਗਤ ਨੇ ਇਸ਼ਨਾਨ ਕੀਤਾ। ਯਥਾ ਸਖਤ ਅਰਦਾਸ ਕਰਾਏ। ਜਥਾ ਜੋਗ ਜਿੰਨੀ ਵੀ ਕੋਲ ਮਾਇਆ ਸੀ ਮਾਇਆ ਨੂੰ ਦੇ ਕੇ ਭੇਟਾ ਦੇ ਕਰਕੇ ਪਾਤਸ਼ਾਹ ਜੀਆਂ ਦੇ ਦਰ ਤੇ ਅਰਦਾਸਾਂ ਕਰਦੇ ਨੇ। ਕਿਤਕ ਦਿਵਸ ਰਹਿ ਕਰ ਹਰ ਖਾਏ। ਕੁਝ ਕੁ ਦਿਨ ਉੱਥੇ ਹੀ ਰਹਿ ਕਰਕੇ ਬੜੇ ਹੀ ਖੁਸ਼ ਹੋਏ ਨੇ। ਕਾਬਲ ਕੋ ਸੰਗਤ ਪੁਨ ਗਈ। ਫਿਰ ਕਾਬਲ ਦੇਸ਼ ਨੂੰ ਆਪਣੇ ਘਰ ਨੂੰ ਵਾਪਸ ਸਾਰੀ ਹੀ ਸੰਗਤ ਜਿਹੜੀ ਜਾ ਪੁੱਜੀ। ਮਨੋ ਕਾਮਨਾ ਪੂਰਨ ਭਈ। ਆਪਣੀ ਮਨ ਦੀ ਕਾਮਨਾ ਇੱਛਾ ਨੂੰ ਪੂਰਾ ਕਰਵਾਇਆ। ਦੇਸ ਵਿਦੇਸਨ ਗੁਰ ਕੀ ਕੀਰਤ। ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਸਾਹਿਬ ਜੀਆਂ ਦੀ ਜੋ ਵਡਿਆਈ ਹੈ। ਜਿਮ ਦੇਖੀ ਕੀਨੀ ਵਿਸਤੀਰਤ। ਕਵੀ ਜੀ ਕਹਿੰਦੇ ਜਿਵੇਂ ਸੰਗਤਾਂ ਨੇ ਵੇਖੀ ਤੇ ਜਿਵੇਂ ਮੈਂ ਗੁਰੂ ਸਾਹਿਬ ਜੀਆਂ ਦੀ ਵਡਿਆਈ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਖਣਾ ਕੀਤਾ ਉਵੇਂ ਹੀ ਤੁਹਾਡੇ ਕੋਲ ਸਾਰੀ ਸੰਗਤ ਨੂੰ ਦੱਸਣਾ ਕੀਤਾ ਹੈ। ਅੱਜ ਦਾ ਜਿਹੜਾ ਅਧਿਆਇ ਇੱਥੋਂ ਤੱਕ ਸੰਪੂਰਨ ਹੁੰਦਾ ਏ। ਅੱਗੇ ਕਿਵੇਂ ਬਾਬਾ ਬਿਧੀ ਚੰਦ ਜੀਆਂ ਨੂੰ ਥਾਪੜਾ ਦੇ ਕੇ 6ਵੇਂ ਪਾਤਸ਼ਾਹ ਲਾਹੌਰ ਨਗਰ ਸ਼ਹਿਰ ਵੱਲ ਪੁੱਜਣਾ ਕਰਦੇ ਨੇ, ਭੇਜਦੇ ਨੇ। ਜਾ ਕੇ ਬਾਬਾ ਬਿਧੀ ਚੰਦ ਜੀ ਕਿਸ ਤਰੀਕੇ ਨਾਲ ਦੋਵੇਂ ਘੋੜਿਆਂ ਨੂੰ ਵਾਰੀ-ਵਾਰੀ ਕਰਕੇ ਪਾਤਸ਼ਾਹ ਜੀਆਂ ਦੇ ਕੋਲ ਵਾਪਸ ਲਿਆਉਂਦੇ ਨੇ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦਿਨ ਸਰਵਣ ਕਰਨਾ ਕਰਾਂਗੇ। ਆਓ ਇੱਥੇ ਹੁਣ ਪ੍ਰਸੰਗ ਦੀ ਸਮਾਪਤੀ ਹੈ ਜੀ। ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਆਪ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਯੋਗ ਹਨ, ਅਣਜਾਣ ਜੀਵ ਸਮਝ ਕਰਕੇ ਬਖਸ਼ ਦੇਣਾ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ। ਕਾਬਲ ਕੋ ਸੰਗਤ ਪੁਨ ਗਈ। ਮਨੋ ਕਾਮਨਾ ਪੂਰਨ ਭਈ। ਦੇਸ ਵਿਦੇਸਨ ਗੁਰ ਕੀ ਕੀਰਤ। ਜਿਮ ਦੇਖੀ ਕੀਨੀ ਵਿਸਤੀਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल प्राणनाथ अनाथ सखे दीन दर्द निवार। हे समरथ अगमपुर मोहि मया तार। अंधकूप महाभया नानक पारि उतार। नानक गुरु गोबिंद सिंह पूरन गुर अवतार। जगमग जोत बिराज रही श्री अबचल नगर मजार। खंडा जाके हाथ में कलगी सो है शीस। सो हमारी रचया करे गुर कलगी धर जगदीश। खंडा जाके हाथ में कलगी सो है शीस। सो हमारी रचया करे गुर कलगी धर जगदीश। वाहिगुरु नाम जहाज है चढ़े सो तरे पार। जो शरदा कर सेवंदे गुर पार उतारनहार।
ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।